गुरु जी की प्यारी संगत, गुरु जी का आश्रम जूम सत्संग में आप सबका बहुत बहुत स्वागत है। संगत जी, आइए सत्संग की शुरुआत करते हैं और सत्संग के लिए इनवाइट करते हैं कोरियर वाली आंटी को। आंटी, आप प्लीज आए, गुरु जी का सत्संग शेयर करें। जय गुरु जी। संगत जी, सारी संगत नू जय गुरु जी। पहले तो उसके बाद फिर गुरु जी का शुक्राना, और बड़े मंदिर से भी बड़ा बड़ा शुक्राना कि जिन्होंने गुरु जी ने मुझे ये मौका दिया। कुणाल अंकल की तरफ से भी शुक्राना, मेरी तरफ से उनको भी, क्योंकि उन्होंने मुझे ये मौका दिया गुरु जी के दरबार में मेरी आवाज देने का और बोलने का। तो मैं गुरु जी के आगे बहुत बहुत नतमस्तक होके अपना सत्संग सुनाती हूँ, और जो गुरु जी का बुलवाएंगे वही मैं बोलती जाऊंगी। मुझे नहीं पता क्या बुलवाना चाहते हैं मुझसे गुरु जी। मैं हम लोग गुरु जी को 1990s के आसपास मिले थे जाके एम्पायर स्टेट में। मेरे ब्रदर थे उस वक्त प्रिंसिपल सेक्रेटरी मिनिस्ट्री ऑफ डिफेंस में। तो वो एक दिन मेरे घर आए, तो जैसे ही चाय पी के उठने लगे तो उन्होंने गले विचों ना चेन विचों एक पेंडेंट बाहर निकलिया। मैं ਐਵੇਂ ਹੀ ਪੁੱਛ ਦਿੱਤਾ, ਮੇਰਾ ਛੋਟਾ ਬ੍ਰਦਰ ਆਇਆ, ਮੈਂ ਉਹਨੂੰ ਕਿਹਾ ਰਾਮ ਇਹ ਕੀ ਪਾਇਆ ਗਲੇ 'ਚ? ਕਹਿੰਦਾ ਇੱਕ ਗੁਰੂ ਜੀ ਹੈਗੇ ਨੇ ਐਮਪਾਇਰ ਸਟੇਟ 'ਚ, ਉਹਨਾਂ ਨੂੰ ਕੱਲ ਮੈਨੂੰ ਜਨਰਲ ਬਖਸ਼ੀ ਲੈ ਗਏ ਸੀ ਬੁਲਾਇਆ। ਤੇ ਉਹਨਾਂ ਦੇ ਨਾਲ ਮੇਰਾ ਬੇਟਾ ਸੀ ਨਾ ਜਿਹੜਾ, ਉਹ ਰੁੜਕੀ ਇੰਜੀਨੀਅਰਿੰਗ ਕਰ ਰਿਹਾ ਸੀ, ਬੇਟੀ ਬੜੌਦਾ ਸੀਗੀ। ਤੇ ਮੈਂ ਕਿਹਾ ਮੈਨੂੰ ਵੀ ਲੈ ਚੱਲ, ਮੈਂ ਜ਼ਰਾ ਪੁੱਛਣਾ ਬੇਟਾ ਨੌਕਰੀ ਲੈ ਕੇ ਆਏਗਾ। ਕਹਿੰਦਾ ਉਹ ਦੱਸਦੇ ਦੁੱਸਦੇ ਕੁਝ ਨਹੀਂ, ਉੱਥੇ ਸ਼ਬਦ ਵੱਜਦੇ ਨੇ ਤੇ ਐਟਮੋਸਫੀਅਰ ਬੜਾ ਅੱਛਾ ਹੁੰਦਾ। ਪਰ ਤੁਸੀਂ, ਮੈਂ ਕਿਹਾ ਰਾਮ ਤੂੰ ਮੈਨੂੰ ਮਿਲਾ ਤੇ ਦੇ। ਕਹਿੰਦਾ ਅੱਛਾ ਚਲੋ ਤੁਸੀਂ ਕੱਲ ਤਿਆਰ ਰਹਿਣਾ, ਮੈਂ ਆਵਾਂਗਾ। ਮੈਂ ਕਿਹਾ ਨਹੀਂ ਤੂੰ ਐਡਰੈਸ ਦੇ ਦੇ, ਅਸੀਂ ਚਲੇ ਜਾਵਾਂਗੇ ਮੈਂ ਤੇ ਤੇਰੇ ਜੀਜਾ ਜੀ। ਕਹਿੰਦੇ ਨਹੀਂ ਨਹੀਂ ਮੈਂ ਪਹਿਲੇ ਮਿਲਾ ਦਿਆਂਗਾ, ਉਹ ਤੇ ਬੜੇ ਵੀਆਈਪੀਸ ਵਗੈਰਾ ਬੈਠੇ ਹੁੰਦੇ ਨੇ, ਸ਼ੌਰੀ ਅੰਕਲ ਵਗੈਰਾ ਬੈਠਦੇ ਸੀ ਉਹਨਾਂ ਦਿਨਾਂ ਵਿੱਚ ਬੜੇ, ਮੇਨਕਾ ਗਾਂਧੀ ਇਹ ਉਹ ਸਭ। ਤੇ ਮੈਂ ਕਿਹਾ ਅੱਛਾ ਠੀਕ ਹੈ ਅਸੀਂ ਤਿਆਰ। ਕਹਿੰਦਾ 5 ਵਜੇ ਤਿਆਰ ਰਹਿਣਾ। ਅਸੀਂ ਤਿਆਰ ਹੋ ਗਏ, ਉੱਥੇ ਗਏ ਐਮਪਾਇਰ ਸਟੇਟ। ਜਿਸ ਵੇਲੇ ਉਹਨਾਂ ਦੇ ਨਾਲ ਗਏ ਤੇ ਅੰਦਰ ਗਏ, ਪਹਿਲੇ ਤੇ ਬਾਹਰ ਜੁੱਤੇ ਉੱਤੇ ਉਤਾਰੇ ਤੇ ਬੜੀ ਫ੍ਰੈਗਰੈਂਸ ਪਹਿਲੇ ਬਾਹਰ ਹੀ ਸ਼ੁਰੂ ਹੋ ਗਈ ਸੀ। ਅਸੀਂ ਅੰਦਰ ਐਮਪਾਇਰ ਸਟੇਟ ਵਿੱਚ ਗਏ ਤੇ ਉੱਥੇ ਗੁਰੂ ਜੀ ਕੁਰਸੀ ਤੇ ਬੈਠੇ ਸੀ। ਪਹਿਲੇ ਤਾਂ ਦੇਖ ਕੇ ਜੀ ਮੈਂ ਹੈਰਾਨ ਹੋ ਗਈ, ਇਹ ਗੁਰੂ ਜੀ ਨੇ, ਕਿਉਂਕਿ ਗੁਰੂ ਜੀ ਦਾ ਕੁਝ ਹੋਰ ਹੀ ਉਹ ਦਿਮਾਗ ਵਿੱਚ ਹੁੰਦਾ ਸੀ ਉਹਨਾਂ ਦਿਨਾਂ ਵਿੱਚ। ਇਹ ਗੁਰੂ ਜੀ ਨੇ ਖੈਰ ਐਨੀਵੇਜ਼ ਉਹਨਾਂ ਨੇ ਮੱਥਾ ਟੇਕਿਆ ਤੇ ਫਿਰ ਮੈਂ ਵੀ ਟੇਕਿਆ। ਤੇ ਮੇਰੇ ਬ੍ਰਦਰ ਨੇ ਕਿਹਾ ਮੇਰੀ ਭੈਣ ਹੈ, ਵੱਡੀ ਕਿ ਛੋਟੀ? ਗੁਰੂ ਜੀ ਕਹਿੰਦੇ ਵੱਡੀ ਕਿ ਛੋਟੀ? ਕਹਿੰਦਾ ਜੀ ਵੱਡੀ ਹੈਗੀ ਹੈ। ਫਿਰ ਮੇਰੇ ਹਸਬੈਂਡ ਨੇ ਵੀ ਟੇਕਿਆ ਤੇ ਕਹਿੰਦੇ ਜੀ ਮੇਰੇ ਜੀਜਾ ਜੀ ਨੇ। ਅੱਛਾ ਬਹਿ ਜਾਓ। ਅਸੀਂ ਬੈਠ ਗਏ ਜੀ। ਬੈਠ ਕੇ ਤੇ ਉਸ ਤੋਂ ਬਾਅਦ ਥੋੜੀ ਦੇਰ ਬੈਠੇ ਤੇ ਗੁਰੂ ਜੀ ਨੇ ਇਸ਼ਾਰਾ ਕੀਤਾ, ਮੈਨੂੰ ਬੁਲਾਇਆ। ਕਹਿੰਦੇ ਕਿੱਥੇ ਰਹਿੰਦੇ ਹੋ? ਮੈਂ ਕਿਹਾ ਗੁਰੂ ਜੀ ਸਾਕੇਤ ਰਹਿੰਦੇ ਆ। ਅੱਛਾ ਇਹ ਤੇਰਾ ਭਰਾ ਛੋਟਾ ਹੈ ਨਾ? ਮੈਂ ਕਿਹਾ ਹਾਂਜੀ ਹੈਗਾ, ਛੋਟਾ ਭਰਾ ਹੈ। ਕਿੰਨੇ ਬੱਚੇ ਨੇ ਤੇਰੇ? ਮੈਂ ਕਿਹਾ ਇੱਕ ਮੁੰਡਾ ਹੈ, ਇੱਕ ਜਿੰਨੇ ਤੱਕ ਮੈਂ ਬੋਲਾ ਕਹਿੰਦੇ ਇੱਕ ਕੁੜੀ ਹੈ। ਮੈਂ ਕਿਹਾ ਹਾਂਜੀ। ਕਹਿੰਦੇ ਮੈਂ ਕਿਹਾ ਕੁੜੀ ਬੜੌਦਾ ਚ? ਆਹੋ ਮੈਂ ਜਾਣਨਾ, ਉਹਨੇ ਲਵ ਮੈਰਿਜ ਕੀਤੀ ਆ। ਮੈਂ ਹੈਰਾਨ ਹੋ ਗਈ। ਮੈਂ ਕਿਹਾ ਮੈਂ ਤੇ ਕਦੀ ਦੱਸਿਆ ਨਹੀਂ, ਪਤਾ ਨਹੀਂ ਮੇਰੇ ਭਰਾ ਨੇ ਦੱਸਿਆ ਹੋਣਾ, ਪਰ ਮੈਂ ਉਹਨਾਂ ਨੂੰ ਪੁੱਛਿਆ ਨਹੀਂ ਕੁਝ ਵੀ। ਤੇ ਮੇਰਾ ਬ੍ਰਦਰ ਕਹਿੰਦਾ ਨਹੀਂ ਉਹ ਸਭ ਜਾਣਦੇ ਨੇ ਅੰਦਰ, ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ ਦੱਸਣ ਦੀ ਜਾਂ ਕੁਛ ਹੈ। ਮੈਂ ਕਿਹਾ ਅੱਛਾ ਫਿਰ ਬੈਠ ਜਾਓ। ਥੋੜੀ ਦੇਰ ਹੀ ਚਾਹ ਵਾ ਪੀਤੀ ਅਸੀਂ, ਫਿਰ ਬੈਠ ਕੇ ਥੋੜੀ ਦੇਰ ਬੈਠੇ ਰਹੇ। ਫਿਰ ਕਹਿੰਦੇ ਇੱਧਰ ਆ। ਮੈਂ ਗਈ ਤੇ ਕਹਿੰਦੇ ਇਹ ਥੋੜੀ ਜਿਹੀ ਮੇਰੀ ਹੱਥ ਦੀਆਂ ਉਂਗਲੀਆਂ ਘੁੱਟੇਂਗੇ। ਮੈਂ ਕਿਹਾ ਹਾਂਜੀ ਗੁਰੂ ਜੀ। ਮੈਂ ਤੇ ਪਹਿਲੀ ਵਾਰੀ ਦੇਖਿਆ ਵੀ ਇਸ ਤਰ੍ਹਾਂ ਘੁੱਟਣਾ ਵੀ, ਮੈਨੂੰ ਪਤਾ ਨਹੀਂ ਸੀਗਾ। ਮੈਂ ਘੁੱਟਣ ਬੈਠ ਗਈ, ਬੜੇ ਹੌਲੀ ਹੌਲੀ। ਉਹਨੇ ਨਰਮ ਜੇ ਤੇ ਉਹਨੇ ਸੋਹਣੇ ਜੇ ਤੇ ਪਤਲੇ ਜੇ ਤੇ ਗੋਰੇ ਚਿੱਟੇ ਹੈਗੇ ਸੀ, ਨੀਲੀ ਜਿਹੀ ਡਰੈਸ ਪਾਈ ਹੋਈ ਸੀ ਉਹਨਾਂ ਨੇ, ਚਮਕਦੀ ਜਿਹੀ ਉਸ ਦਿਨ ਬੜੀ। ਮੈਂ ਕਿਹਾ ਕਿਧਰੇ ਮੈਂ ਜ਼ੋਰ ਦੀ ਘੁੱਟਾਂ ਤੇ ਕੋਈ ਉਂਗਲੀ ਉਂਗਲੀ ਨਾ ਟੁੱਟ ਜਾਏ ਇਹਨਾਂ ਦੀ। ਪਤਲੇ ਪਤਲੇ ਜੇ ਉਂਗਲੀਆਂ ਨੇ, ਪਤਲੇ ਪਤਲੇ ਹੈਗੇ ਨੇ, ਸੌਫਟ ਜੇ ਨੇ, ਸੌਫਟ ਸਨ, ਬੜੇ ਹੀ ਸੌਫਟ। ਖੁਸ਼ਬੂ ਓਹ ਜਿਹੜੀ ਮੇਰੇ ਹੱਥਾਂ 'ਚ ਵੀ ਖੁਸ਼ਬੂ ਆ ਗਈ। ਫਿਰ ਅਸੀਂ ਘੁੱਟ ਕੇ ਥੋੜੀ ਦੇਰ ਅਸੀਂ ਬੈਠੇ ਤੇ ਬਾਅਦ ਵਿੱਚ ਚਾਹ ਆ ਗਈ। ਚਾਹ ਕਹਿੰਦੇ ਚਾਹ ਪੀਓ, ਬੈਠੋ ਹੁਣ ਚਾਹ ਪੀ ਲਓ। ਉੱਥੇ ਹੀ ਬਿਠਾਈ ਰੱਖਿਆ, ਚਾਹ ਪੀਂਦੇ ਰਹੇ। ਚਾਹ ਪੀਂਦੇ ਇਹਨਾਂ ਨੂੰ ਪ੍ਰਸ਼ਾਦ ਆ ਗਿਆ, ਪਰਾਤ ਜਿਹੀ ਬਾਨੀ ਆ ਗਈ। ਉਹਨਾਂ ਨੇ ਫਿਰ ਪ੍ਰਸ਼ਾਦ ਦੇਣਾ ਸ਼ੁਰੂ ਕੀਤਾ, ਮੁੱਠੇ ਭਰ ਭਰ ਕੇ। ਇੱਕ ਵਾਰੀ ਫਿਰ ਬੁਲਾਇਆ, ਦੂਸਰੀ ਵਾਰੀ, ਤੀਸਰੀ ਵਾਰੀ ਫਿਰ ਬੁਲਾਇਆ, ਬੁਲਾ ਬੁਲਾ ਕੇ ਬੈਠ ਗਏ। ਫਿਰ ਥੋੜੀ ਦੇਰ ਬਾਅਦ ਕਹਿੰਦੇ ਲੰਗਰ ਖਾ ਲਓ, ਲੰਗਰ ਪ੍ਰਸ਼ਾਦ ਖਾ ਲਓ। ਮੈਂ ਕਿਹਾ ਤੇ ਖਿਲਾਉਂਦੇ ਹੀ ਰਹਿੰਦੇ ਨੇ ਗੁਰੂ ਜੀ। ਮੈਂ ਪੁੱਛਣਾ ਚਾਹੁੰਦੀ ਸੀ, ਮੈਂ ਬੋਲਣਾ ਚਾਹੁੰਦੀ ਸੀ ਵੀ ਮੇਰੇ ਬੇਟੇ ਦਾ ਕੀ ਹੋਏਗਾ, ਪਰ ਇਹ ਖਵਾਈ ਜਾ ਰਹੇ ਨੇ। ਲੰਗਰ ਪ੍ਰਸ਼ਾਦ ਕਰ ਲਿਆ। ਉਸਦੇ ਬਾਅਦ ਫਿਰ ਬ੍ਰਦਰ ਕਹਿਣ ਲੱਗਾ, ਉਹਨਾਂ ਨੇ ਇਸ਼ਾਰਾ ਕੀਤਾ ਮੇਰੇ ਬ੍ਰਦਰ ਨੇ, ਥੋੜੀ ਦੇਰ ਬਾਅਦ ਚਲੀਏ। ਮੈਂ ਅਸੀਂ ਚੁੱਪ ਹੋ ਗਏ। ਤੇ ਜਿਸ ਵੇਲੇ ਜਾਣ ਲੱਗੇ ਤੇ ਮੱਥਾ ਟੇਕ ਕੇ ਜਾਣ ਲੱਗੇ, ਗੁਰੂ ਜੀ ਨੇ ਆਵਾਜ਼ ਮਾਰੀ ਪਿੱਛੋਂ ਤੇ ਕਹਿੰਦੇ ਕਿੱਥੇ? ਕੱਲ ਆ ਜਾਈ, ਤੇਰਾ ਐਡਮਿਸ਼ਨ ਹੋ ਗਿਆ ਤੁਹਾਡਾ। ਮੈਨੂੰ ਸਮਝ ਹੀ ਨਹੀਂ ਆਈ ਐਡਮਿਸ਼ਨ ਹੋ ਗਿਆ ਮਤਲਬ, ਕਿਉਂਕਿ ਪਹਿਲੀ ਵਾਰੀ ਅਸੀਂ ਗਏ ਸੀ ਤੇ ਪਤਾ ਹੀ ਨਹੀਂ ਚੱਲਾ। ਤੇ ਕਹਿੰਦੇ ਐਡਮਿਸ਼ਨ ਹੋ ਗਿਆ। ਮੈਂ ਕਿਹਾ ਅੱਛਾ ਗੁਰੂ ਜੀ।
ਫਿਰ ਮੇਰੇ ਬ੍ਰਦਰ ਦੇ ਨਾਲ ਇੱਕ ਹੋਰ ਹੈਗੇ ਸੀ ਕੋਈ, ਉਹਨਾਂ ਨੇ ਦੱਸਿਆ ਕਿ ਐਡਮਿਸ਼ਨ ਮਤਲਬ ਤੁਹਾਨੂੰ ਪਰਮਿਸ਼ਨ ਹੋ ਗਈ, ਤੁਸੀਂ ਰੋਜ਼ ਆਣਾ ਇਹਨਾਂ ਕੋਲੋਂ, ਗੁਰੂ ਜੀ ਕੋਲੋਂ। ਅੱਛਾ ਠੀਕ ਹੈ। ਫਿਰ ਅਸੀਂ ਦੂਸਰੇ ਦਿਨ ਵਾਪਿਸ ਆ ਕੇ ਜਿਸਲੇ ਬੈਠੇ ਸੀ ਤੇ ਮੇਰੇ ਹਸਬੈਂਡ ਕਹਿੰਦੇ ਚੱਲਣਾ ਹੈ। ਉਹ ਮਨ ਤੇ ਕਰ ਰਿਹਾ ਸੀਗਾ, ਸੱਚੀ ਪੁੱਛੋ ਤੇ ਮੇਰਾ ਮਨ ਹੋ ਰਿਹਾ ਸੀ, ਕਿਉਂਕਿ ਸ਼ਬਦ ਬੜੇ ਅੱਛੇ ਵੱਜਦੇ ਸੀ, ਐਟਮੋਸਫੀਅਰ ਇੰਨਾ ਸੋਹਣਾ ਸੂਦੀ ਹੈਗਾ ਸੀ ਨਾ, ਬਹੁਤ ਅੱਛਾ ਸੀ। ਉਹ ਲੋਕ ਵੀ ਐਵੇਂ ਕੁਆਇਟ, ਬਿਲਕੁਲ ਪਿਨ ਡ੍ਰੌਪ ਸਾਇਲੈਂਸ ਹੁੰਦੀ ਸੀ। ਤੇ ਉੱਥੇ ਜੇ ਮੈਂ ਕਿਹਾ ਚਲੋ ਹੋ ਆਨੇ ਆ, ਕੀ ਹੈ ਦੋਨੋਂ ਜਣੇ ਹੋ ਆਨੇ ਆ, ਕੀ ਕਰਨਾ, ਬੱਚਾ ਤੇ ਹੈ ਨਹੀਂ ਇੱਥੇ, ਅਸੀਂ ਇਕੱਲੇ ਹੀ ਹੈਗੇ ਆ। ਅਸੀਂ ਚਲੇ ਗਏ ਦੋਨੇ ਤੋਂ ਦੋਨੋਂ ਉੱਥੇ ਗਏ ਤੇ ਮੱਥਾ ਟੇਕਿਆ, ਕਹਿੰਦੇ ਆ ਗਏ, ਆਓ ਜੀ ਬੈਠੋ। ਫਿਰ ਉਸ ਦਿਨ ਫਿਰ ਉਹੀਓ ਇਹਨਾਂ ਮੇਰੇ ਹਸਬੈਂਡ ਨੇ ਪੈਰ ਘੁੱਟੇ, ਮੈਂ ਹੱਥ ਘੁੱਟਦੀ ਰਹੀ ਘੁੱਟਦੀ ਰਹੀ ਘੁੱਟਦੀ ਰਹੀ, ਇਹ ਗੱਲਾਂ ਕਰਦੇ ਰਹੇ ਗੁਰੂ ਜੀ ਮੇਰੇ ਨਾਲ। ਹੋਰ ਕਿੰਨੀ ਇਹਨਾਂ ਨੂੰ ਪੁੱਛਦਾ ਕਿੱਥੇ ਨੌਕਰੀ ਕਰਦਾ ਹੈ, ਇਹਨਾਂ ਕਿਹਾ ਜੀ ਹੁਣ ਤਾਂ ਮੈਂ ਰਿਟਾਇਰ ਹੋ ਗਿਆ। ਮੇਰੇ ਹਸਬੈਂਡ ਕਹਿਣ ਲੱਗੇ ਮੈਂ ਤੇ ਹੁਣ ਰਿਟਾਇਰ ਹੋ ਗਿਆ। ਅੰਕਲ ਕਹਿੰਦੇ ਤੇ ਅੱਛਾ ਕਿੱਥੇ ਨੌਕਰੀ ਕਰਦਾ ਸੀ? ਇਹਨਾਂ ਨੇ ਕਿਹਾ ਮੈਂ ਐਟੋਮਿਕ એનર્ਜੀ ਡਿਪਾਰਟਮੈਂਟ ਵਿੱਚ ਹੈਗਾ ਸੀ, ਇੱਥੇ ਸੈਂਟਰਲ ਗਵਰਨਮੈਂਟ ਦਾ ਉਹ ਹੈਗਾ ਮਹਿਕਮਾ। ਆਹੋ ਜਿਹੜੇ ਬੰਬ ਬਣਾਉਂਦੇ ਨੇ। ਇਹਨਾਂ ਨੇ ਕਿਹਾ ਆਓ ਜੀ, ਹੱਸ ਪਏ ਵੀ ਥੋੜਾ ਜਿੰਨਾ। ਫਿਰ ਮੈਨੂੰ ਕਹਿੰਦੇ ਤੂੰ ਨੌਕਰੀ ਕਰਨੀ ਹੈ? ਮੈਂ ਕਿਹਾ ਨਹੀਂ ਗੁਰੂ ਜੀ ਹੁਣ ਤਾਂ ਨਹੀਂ ਕਰਦੀ, ਪਹਿਲੇ ਤਾਂ ਕਰਦੀ ਸੀ, ਹੁਣ ਨਹੀਂ ਕਰਦੀ। ਹੁਣ ਬੱਚਿਆਂ ਨੂੰ ਹੀ ਪਾਲਣ ਵਿੱਚ ਲੱਗੀ ਫਿਰਨੀ ਆ ਬਸ। ਹੁਣ ਬੇਟੀ ਆਏਗੀ ਥੋੜੇ ਦਿਨ, ਛੁੱਟੀਆਂ ਹੋਣਗੀਆਂ, ਉਹਦੀ ਭਾਰਤੀ ਵਿਦਿਆ ਭਵਨ ਵਿੱਚ ਪੜ੍ਹਾਉਂਦੀ ਹੈ ਬੜੌਦਾ ਵਿੱਚ, ਉਹਨੂੰ ਲੈ ਆਈ। ਮੈਂ ਕਿਹਾ ਜੀ ਗੁਰੂ ਜੀ। ਕਹਿੰਦੇ ਅੱਛਾ ਫਿਰ ਠੀਕ ਹੈ, ਚੱਲ ਹੱਥ ਕੁੱਟਦੀ ਰਹਿ, ਤੇਰੇ ਦਮ ਕੋਈ ਨਹੀਂ, ਤੂੰ ਇਹਨਾਂ ਹੌਲੀ ਹੌਲੀ ਕੁੱਟਦੀ ਪਈ ਹੈ। ਮੈਂ ਕਿ ਨਹੀਂ ਗੁਰੂ ਜੀ ਮੈਂ ਘੁੱਟਣ ਨੂੰ, ਫਿਰ ਕਿਧਰੇ ਬੜਾ ਸੌਫਟ ਹੱਥ ਹੈਗਾ ਨਾ ਤੁਹਾਡਾ। ਹੱਸ ਪਏ, ਬੜੇ ਹੱਸ ਪਏ। ਉਹ ਇੰਨਾ ਪਿਆਰ ਜਿਹਾ ਪੈਂਦਾ ਜਾ ਰਿਹਾ ਸੀ, ਧੀਰੇ 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 ਗੁਰੂ ਜੀ ਨਾਲ ਬਹੁਤ ਹੀ ਪਿਆਰ ਪੈਂਦਾ ਜਾ ਰਿਹਾ ਸੀ। ਫਿਰ ਮੈਂ ਥੋੜਾ ਜਿਸਲੇ ਬੈਠੇ, ਹੋਰ ਸੰਗਤ ਆਈ, ਮੱਥਾ ਟੇਕੇ, ਮੈਂ ਥੋੜਾ ਉੱਥੇ ਬੈਠੀ, ਮੇਨਕਾ ਗਾਂਧੀ ਬੈਠੀ ਸੀ ਕੋਲ, ਜਾ ਕੇ ਬੈਠ ਗਈ। ਮੈਂ ਐਵੇਂ ਉਹਨਾਂ ਕੋਲ ਪੁੱਛਿਆ, ਮੈਂ ਕਿ ਕੁਛ ਬਤਾਉਂਦੇ? ਨਹੀਂ ਨਹੀਂ ਕੁਛ ਬਤਾਉਂਦੇ ਨਹੀਂ ਹੈ, ਬਸ ਐਵੇਂ ਸ਼ਬਦ ਚੱਲਦੇ ਨੇ, ਇਹ ਹੈ ਉਹ ਹੈ, ਇਸ ਤਰ੍ਹਾਂ ਹੁੰਦਾ ਜੀ। ਕਾਫੀ ਦਿਨ ਹੁੰਦੇ ਗਏ, ਅਸੀਂ ਜਾਂਦੇ ਰਹੇ ਆਂਦੇ ਰਹੇ, ਜਾਂਦੇ ਰਹੇ ਆਂਦੇ ਰਹੀ, ਬਿਠਾ ਲੈਣ। ਫਿਰ ਥੋੜਾ ਸਾਨੂੰ ਫਿਰ ਮੱਥਾ ਟੇਕਣ ਲੱਗੀ ਤੇ ਬਿਠਾ ਲੈਂਦੇ ਸੀਗੇ। ਤੇ ਫਿਰ ਕਾਫੀ ਦੇਰ ਬਾਅਦ ਜਿਸ ਤਰ੍ਹਾਂ ਸਾਰੀ ਸੰਗਤ ਚਲੀ ਗਈ, 3 4 ਮਤਲਬ 5 7 ਲੋਕ ਰਹਿ ਗਏ, ਤੇ 2 ਗੱਡੀਆਂ 3 ਗੱਡੀਆਂ। ਫਿਰ ਪੁੱਛਦੇ ਸੀ ਕਿੰਨੀਆਂ ਗੱਡੀਆਂ ਨੇ ਬਾਹਰ? 3 ਗੱਡੀਆਂ ਨੇ। ਕਿਸੇ ਨੇ ਇਹਨਾਂ ਨੇ ਵੀ ਕਿਹਾ, ਮੇਰੇ ਅੰਕਲ ਨੇ ਵੀ, ਕਿ ਗੱਡੀ ਹੈ, ਅੱਛਾ ਗੱਡੀ ਲੈ ਆਇਆ, ਫਲਾਣਾ ਗੱਡੀ ਲੈ ਆਇਆ, ਹਾਂਜੀ ਚਲੋ ਮੇਨਕਾ ਤੇਰੀ ਗੱਡੀ ਹੈ, ਹਾਂਜੀ। ਉਹਦਾ ਵੀ ਡਰਾਈਵਰ ਹੁੰਦਾ ਸੀ, ਗੱਡੀ ਹੁੰਦੇ ਸੀ, ਚੱਲ ਪਏ, ਚਲੋ 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 ਘੁੰਮ ਕੇ ਆਉਂਦੇ ਆ। ਅਚਾਨਕ ਹੀ ਅਸੀਂ ਗੱਡੀਆਂ 'ਚ ਬੈਠ ਕੇ, ਜਿਸ ਤਰ੍ਹਾਂ ਕਿਹਾ ਵੀ ਉਹਨਾਂ ਨੇ ਪਤਾ ਹੀ ਨਾ ਲੱਗੇ, ਪਹਿਲੇ ਨਵਾਂ ਨਵਾਂ ਸਮਝ ਹੀ ਨਹੀਂ ਆ ਰਹੀ ਸੀ। ਫਿਰ ਅਸੀਂ ਗਏ ਤੇ ਉਹਨਾਂ ਨੇ ਜਾ ਕੇ, ਜਿਹੜੇ ਗੁਰੂ ਜੀ ਦੀ ਗੱਡੀ ਸੀ, ਜਾ ਕੇ ਮੌਰੀਆ ਸ਼ੈਰਟਨ ਦੇ ਸਾਹਮਣੇ ਰੁਕੀ। ਚਲੋ ਉਤਰੋ ਉਤਰੋ, ਕਾਫੀ ਸ਼ਾਫੀ ਪੀ ਲੋ। ਅਸੀਂ ਉਹ ਅੰਦਰ ਚਲੇ ਗਏ, ਕਾਫੀ ਪੀ ਲਿੱਤੀ। ਫਿਰ ਉਹ ਤੋਂ ਕਾਫੀ ਪੀ ਕੇ ਚਲੇ ਵਾਪਿਸ ਆਏ, ਥੋੜੀ ਦੇਰ ਬੈਠੇ, ਚਲੋ ਹੁਣ ਆਪਣੇ ਆਪਣੇ ਘਰਾਂ ਨੂੰ ਜਾਓ, ਕੱਲ ਆਣਾ। ਚਲੇ ਗਏ ਜੀ, ਘਰ ਵੀ ਚਲੇ ਗਏ। ਫਿਰ ਆ ਗਏ, ਮੈਂ ਰਸਤੇ 'ਚ ਇਹਨਾਂ ਨੂੰ ਕਿਹਾ, ਮੈਂ ਕਿਹਾ ਇਹ ਕੀ ਮਤਲਬ, ਕਾਫੀ ਪਿਲਾ ਦਿੱਤੀ। ਮੈਂ ਪੁੱਛਣਾ ਚਾਹੁੰਦੀ ਸੀ ਨਿਤਿਸ਼ ਵਾਸਤੇ, ਕੁਛ ਬੇਟੇ ਵਾਸਤੇ, ਤੇ ਕਿਸ ਤਰ੍ਹਾਂ ਕਹਿੰਦੇ ਨਹੀਂ ਉਹ ਦੱਸਦੇ ਨਹੀਂ ਹੈ, ਐਵੇਂ ਹੈ, ਕੁਛ ਦੱਸਦੇ ਨਹੀਂ, ਚੁੱਪ ਰਹਿ। ਫਿਰ ਵੀ ਮੈਂ ਨੈਕਸਟ ਡੇ ਗਈ, ਮੈਂ ਹਿੰਮਤ ਕਰਕੇ ਪੁੱਛਿਆ, ਮੈਂ ਕਿਹਾ ਗੁਰੂ ਜੀ ਮੇਰਾ ਬੇਟਾ ਇੰਜੀਨੀਅਰਿੰਗ ਕਰ ਰਿਹਾ। ਆਹੋ ਕਲਿਆਣ ਕਰ ਦਿੱਤਾ, ਉਹਦਾ ਹੋ ਗਿਆ ਕਲਿਆਣ। ਪੂਰੀ ਗੱਲ ਵੀ ਨਹੀਂ ਸੁਣੀ, ਪਰ ਪਤਾ ਨਹੀਂ ਕਿਉਂ ਪਿਆਰ ਹੁੰਦਾ ਜਾ ਸੀ, ਇਸ ਤਰ੍ਹਾਂ ਮਨ ਕਰਦਾ ਸੀ ਰੋਜ਼ ਜਾਈਏ, ਪਤਾ ਨਹੀਂ ਕਿਉਂ ਹੁੰਦਾ ਸੀ। ਉਹ ਗੁਰੂ ਜੀ ਨਾਲ ਅੱਛਾ ਵੀ ਬੜਾ ਚੰਗਾ ਲੱਗਦਾ ਸੀਗਾ। ਫਿਰ ਇੱਕ ਦਿਨ ਮੈਂ ਐਵੇਂ ਹੀ ਗਈ, ਮੈਂ ਕਿਹਾ ਗੁਰੂ ਜੀ ਅਸੀਂ ਹੈਦਰਾਬਾਦ ਜਾ ਰਹੇ ਹਾਂ, ਬੇਟੀ ਸ਼ਿਫਟ ਹੋ ਗਈ ਹੈਦਰਾਬਾਦ। ਅੱਛਾ ਹੈਦਰਾਬਾਦ ਜਾ ਰਹੇ ਹੋ? ਮੈਂ ਕਿਹਾ ਹਾਂਜੀ ਗੁਰੂ ਜੀ। ਤੋ ਇਹਨਾਂ ਨੂੰ ਬੇਟੀ ਪਹਿਲੇ ਵਿੱਚੋਂ ਹੈਦਰਾਬਾਦ ਬੜੌਦਾ ਤੋਂ ਸੱਚੀ ਆ ਗਈ ਸੀ, ਇਹਨਾਂ ਨੂੰ ਗੁਰੂ ਜੀ ਨੇ ਮਿਲਾਇਆ ਸੀ। ਜਿਸ ਤਰ੍ਹਾਂ ਬੇਟੀ ਗਈ, ਹਾਲੀ ਅੰਦਰ ਵੜਦੀ ਪਈ, ਉਹਨੂੰ ਕਹਿੰਦੇ ਨੇ ਆ ਗਏ ਹੋ ਲਵ ਬਰਡਸ। ਉਹ ਬੇਟੀ ਮੇਰੇ ਵੱਲ ਦੇਖਣ ਲੱਗ ਗਈ, ਡੈਡੀ ਨੂੰ ਦੇਖਣ ਲੱਗ ਗਈ, ਕਿ ਇਹ ਗੁਰੂ ਜੀ ਨੂੰ ਤੁਸੀਂ ਦੱਸਿਆ? ਹੁਣ ਉਹਦਾ ਮੁੰਡਾ ਵੀ ਹੈ, ਮਤਲਬ ਅੱਛਾ ਨਹੀਂ ਲੱਗਦਾ, ਬੱਚਾ ਨਾਲ ਹੈ ਹੁਣ ਤੇ। ਮੈਂ ਗਰਦਨ ਨਹੀਂ ਲਾਈ, ਮੈਂ ਤਾਂ ਨਹੀਂ ਦੱਸਿਆ, ਇਹ ਚੀਜ਼ ਕੋਈ ਗੱਲ ਨਹੀਂ ਹੋਈ। ਇਹਦੇ ਡੈਡੀ ਨੇ ਵੀ ਕਿਹਾ ਨਹੀਂ। ਫਿਰ ਪਤਾ ਨਹੀਂ ਉਹਦੇ ਨਾਲ ਬੜਾ ਪਿਆਰ, ਰਿਤੂ ਨਾਲ ਵੀ ਬੜਾ, ਰਿਤੂ ਨਾਮ ਹੈ ਮੇਰੀ ਬੇਟੀ ਦਾ, ਉਹਦੇ ਨਾਲ ਵੀ ਬੜਾ ਪਿਆਰ ਪੈ ਗਿਆ, ਬਹੁਤ ਹੀ ਚਾਹਣ ਲੱਗ ਗਈ। ਮੇਰੇ ਸਨ ਇਨ ਲਾਅ ਨਾਲ, ਮੇਰੇ ਨਾਤੂ ਨਾਲ, ਉਹ ਵੀ ਉਹਨਾਂ ਦੇ ਪੈਰ ਘੁੱਟਣ, ਲੱਤਾਂ ਘੁੱਟਣ, ਸਾਰੇ ਆਪਣਾ ਨਜ਼ਦੀਕ ਹੁੰਦੇ ਗਏ, ਧੀਰੇ 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 ਗੁਰੂ ਜੀ ਦੇ ਪਾਸ। ਉਹ ਬੇਟੀ ਦਾ ਵੀ ਇੰਨਾ ਮਨ ਲੱਗ ਗਿਆ, ਕੁਛ ਪੁੱਛੋ ਨਹੀਂ। ਮੈਂ ਤੁਹਾਨੂੰ ਕੀ ਦੱਸਾਂ, ਫਿਰ ਉਸ ਤੋਂ ਬਾਅਦ ਬੇਟੀ ਚਲੀ ਗਈ ਤੇ ਹੈਦਰਾਬਾਦ ਗਏ ਅਸੀਂ। ਤੇ ਮੈਂ ਮੇਰਾ ਬੇਟੇ ਦੀ ਵੀ ਉਹਨੂੰ ਸੀਮਨਸ ਵਿੱਚ ਨੌਕਰੀ ਲੱਗ ਗਈ ਸੀ, ਫਿਰ ਉਹ ਹੈਦਰਾਬਾਦ ਵਿੱਚ ਹੀ ਉਹਦੀ ਪੋਸਟਿੰਗ ਹੋਈ। ਉਹ ਆ ਗਿਆ ਬੇਟਾ, ਤੇ ਉੱਥੋਂ ਫਿਰ ਅਸੀਂ ਵਾਪਿਸ ਆਏ ਨਾ, ਤੇ
ਬੇਟੀ ਮੇਰੀ ਨੇ ਕਾਰਡ ਦਿੱਤਾ, ਮਮਾ ਇਹ ਗੁਰੂ ਜੀ ਨੂੰ ਦੇ ਦੇਣਾ ਨਾ, ਉਹਨਾਂ ਦਾ ਜਨਮ ਦਿਨ ਆ ਰਿਹਾ 7 ਜੁਲਾਈ ਨੂੰ। ਅਸੀਂ 2-3 ਦਿਨ 4 ਦਿਨ ਪਹਿਲੇ ਹੀ ਆਏ ਸੀ। ਮੈਂ ਕਿਹਾ ਚਲੋ, ਮੈਂ ਮੇਰੇ ਹਸਬੈਂਡ ਨੂੰ ਕਿਹਾ ਕਿ ਚਲੋ ਜਾ ਕੇ ਨਾ ਕਾਰਡ ਵੀ ਦਿੱਤਾ ਹੋਇਆ ਰਿਤੂ ਨੇ, ਤੇ ਗੁਰੂ ਜੀ ਨੂੰ ਮਿਲ ਆਨੇ ਆ। ਬਿਨਾਂ ਮਿਲੇ ਗੁਰੂ ਜੀ ਨੂੰ ਦੱਸ ਕੇ ਗਏ ਸੀ 2-3 ਦਿਨ ਵਾਸਤੇ, ਸਾਨੂੰ 6-7 ਦਿਨ ਹੋ ਗਏ ਨੇ, ਗੁਰੂ ਜੀ ਗੁੱਸਾ ਕਰਨਗੇ। ਅਸੀਂ ਨਵੀਂ ਜ਼ੈਨ ਖਰੀਦੀ ਸੀ ਤੇ ਉਹ ਬੇਟਾ ਚਲਾ ਰਿਹਾ ਸੀ, ਤੇ ਉਹਦੀ ਬਾਂਹ ਨਾ ਬਾਹਰ ਸੀ, ਇੱਕ ਜਿਸ ਤਰ੍ਹਾਂ ਸੀ ਹੁੰਦਾ ਨਾ ਬੱਚੇ ਚਲਾਉਂਦੇ ਨੇ, ਆਪਣਾ ਜਵਾਨ ਬੱਚੇ ਨੇ ਇੱਕ ਬਾਂਹ ਬਾਹਰ ਰੱਖ ਕੇ ਹੱਥ ਨਾਲ ਬੜੇ ਸ਼ਾਨ ਨਾਲ ਚਲਾ ਰਿਹਾ। ਮੈਂ ਪਿੱਛੇ ਬੈਠੀ ਸੀ, ਡੈਡੀ ਫਾਦਰ ਉਹਦੇ ਅੱਗੋਂ ਬੈਠੇ ਹੋਏ ਸੀ। ਤੇ ਅੱਗੋਂ ਜਿਸ ਵੇਲੇ ਅਸੀਂ ਪੀਵੀਆਰ ਕੋਲ ਪਹੁੰਚੇ ਸਾਕੇਤ ਵਿੱਚ, ਹਾਲੀ 1 ਕਿਲੋਮੀਟਰ ਹੋਣਾ ਸ਼ਾਇਦ, ਉਧਰੋਂ ਪੁਲਿਸ ਦੀ ਵੈਨ ਆ ਰਹੀ ਸੀ, ਬੜੀ ਵੱਡੀ ਭਾਰੀ ਪੁਲਿਸ ਦੀ ਮੋਟੀ ਵਾਲੀ ਵੈਨ ਜਿਹਦੇ ਪ੍ਰਿਜ਼ਨਰਸ ਬੈਠੇ ਹੁੰਦੇ ਨੇ। वो थोड़ी अगे पीछे हो रही थी, तो मैं अपने बेटे को किया, बेटा इससे पंगा मत लो, ये पुलिस है, पुलिस की वैन है, गलती तुम्हारी नहीं होगी, उनकी होगी, वो फिर भी तेरे पे डालेंगे, ऐसे बेकार में कुछ पंगा वंगा हो जाएगा, अरेस्ट कर ले, कुछ कर ले, पुलिस वाले हैं, सुनते तो है नहीं। तू ना ऐसे नहीं कहता, अच्छा मम्मा मैं इधर कर लेता हूँ। अगे वो करने लगा, पेड़ सी, इधरों उन्होंने बैक की, पुलिस वाले ने ठा, वही गल बनी, ते गड्डी उन्हें साडी गड्डी च मार दी। 1 सेकंड पहले मेरे बच्चे ने बाह अंदर की होनी है शायद, ਤੇ ਉਹ ਬਚ ਗਿਆ। ਜਿਸ ਤਰ੍ਹਾਂ ਦਰਵਾਜ਼ਾ ਅੰਦਰ ਵੜ ਗਿਆ ਬਿਲਕੁਲ, ਉਹ ਮੇਰੇ ਬੇਟੇ ਵਾਲੇ ਦੇ ਪਾਸੇ ਦਾ ਜਿੱਥੇ ਉਹਨੇ ਬਾਹਰ ਰੱਖੀ ਹੋਈ ਸੀ। ਮੇਰੇ ਵਾਲਾ ਵੀ ਪਿਛਲਾ ਪਾਸਾ ਵੀ ਇਸ ਪਾਸੇ ਦੀ ਖਿੜਕੀ ਦਾ ਅੰਦਰ ਹੋ ਗਿਆ। ਇਧਰੋਂ ਮੇਰੇ ਹਸਬੰਡ ਲੋਕ ਬੜੇ ਦੌੜੇ ਕਿ ਸ਼ਾਇਦ ਹੀ ਕੋਈ ਬੱਚੇ ਬਣੇ, ਕਿਉਂਕਿ ਬਹੁਤ ਭਾਰੀ ਵੈਨ ਸੀ, ਸ਼ਾਇਦ ਹੀ ਕੋਈ ਬਚਿਆ ਹੋਏਗਾ। ਸਾਰੇ ਲੋਕ ਦੌੜੇ ਆਏ, ਉਹਨਾਂ ਨੇ ਦੂਸਰੇ ਪਾਸੋਂ ਸਾਨੂੰ ਦਰਵਾਜ਼ਾ ਕੋਈ ਖੋਲ ਖਾਲ ਕੇ ਕਿਸ ਤਰ੍ਹਾਂ ਖਿੜਕੀ ਦਾ ਸ਼ੀਸ਼ਾ ਕੀ ਕਰਕੇ ਸਾਨੂੰ ਬਾਹਰ ਕੱਢਿਆ। ਅਸੀਂ ਬਾਹਰ ਨਿਕਲੇ, ਫਿਰ ਉਹ ਗੱਡੀ ਨੂੰ ਟੋ ਕਰਾ ਕੇ 1 ਕਿਲੋਮੀਟਰ ਸੀ ਸਾਡਾ ਘਰ ਤੇ ਐਚ ਬਲਾਕ ਵਿੱਚ। ਅਸੀਂ ਜਾ ਵਾਪਿਸ ਗਏ, ਉੱਥੇ ਗੱਡੀ ਰੱਖ ਦਿੱਤੀ। ਨੈਚੁਰਲੀ ਦਿਲ ਖਰਾਬ ਹੋ ਗਿਆ। ਫਿਰ ਕੋਈ ਨਾ ਗਏ ਉਸ ਦਿਨ ਗੁਰੂ ਜੀ ਕੋਲ। 1 ਦਿਨ ਹੋਰ ਪੈ ਗਿਆ। ਫਿਰ ਉਹਨੇ ਮੇਰੇ ਅੰਕਲ ਨੇ ਇੰਸ਼ੋਰੈਂਸ ਵਾਲਾ ਬੁਲਾਇਆ, ਉਹਨੂੰ ਪੁੱਛਿਆ ਤੇ ਉਹਨੇ ਸਾਰਾ ਕਰ ਕਰੂ ਕੇ ਕਹਿੰਦਾ ਜੀ ਇੰਸ਼ੋਰੈਂਸ ਦੇ ਇਲਾਵਾ ਇਹ 14,000 ਦਾ ਹੋਰ ਬਿੱਲ ਬਣੇਗਾ, ਕਿਉਂਕਿ ਇਹ ਜਿਹੜਾ ਦਰਵਾਜ਼ਾ ਅਲਾਉਡ ਨਹੀਂ ਹੈ ਵਿੱਚ, ਇਹ ਜਿਹੜਾ ਟੁੱਟਾ ਨਾ ਇਹ ਨਹੀਂ ਵਿੱਚ, ਇਹਦਾ ਪੈਸਾ ਭਰਨਾ ਪਏਗਾ। ਚਲੋ ਜੋ ਵੀ ਹੈ, ਗੱਡੀ ਤੇ ਠੀਕ ਕਰਾਣੀ ਸੀ ਇਹਨਾਂ ਨੇ ਕਿਹਾ। ਫਿਰ ਅਸੀਂ ਨੈਕਸਟ ਡੇ ਅਸੀਂ ਗੁਰੂ ਜੀ ਕੋਲ ਗਏ, ਕਾਰਡ ਵੀ ਲੈ ਗਈ ਮੈਂ ਆਪਣੀ ਬਿਟੀਆ ਦਾ, ਤੇ ਗੁਰੂ ਜੀ ਕਹਿੰਦੇ ਨੇ ਆਈ ਨਹੀਂ 3-4 ਦਿਨ, ਕੀ ਹੋਇਆ? ਜ਼ੋਰ ਦੀ ਬੋਲੇ ਥੋੜਾ। ਮੈਂ ਕਿਹਾ ਗੁਰੂ ਜੀ ਆ ਤਾਂ ਰਹੇ ਸੀ, ਤੁਹਾਡਾ ਕਾਰਡ ਵੀ ਦਿੱਤਾ ਹੋਇਆ ਸੀ ਰਿਤੂ ਆਂਟੀ ਨੇ, ਤੇ ਮੈਂ ਐਕਸੀਡੈਂਟ ਹੋ ਗਿਆ। ਨਵੀਂ ਗੱਡੀ ਲਈ ਸੀ, ਕਹਿੰਦੇ ਉਹ ਜ਼ੈਨ ਜਿਹੜੀ ਲਈ ਸੀ। ਮੈਂ ਕਿਹਾ ਹਾਂਜੀ ਗੁਰੂ ਜੀ, ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦਾ ਨਾ ਬਿੱਲ ਵੀ ਬਣ ਗਿਆ ਇੰਸ਼ੋਰੈਂਸ ਦੇ ਇਲਾਵਾ। ਨਾ ਮੇਰੇ ਮੂੰਹ ਚੋਂ ਇਨੋਸੈਂਟਲੀ ਨਿਕਲ ਗਿਆ 14,000 ਦਾ ਬਿੱਲ ਵੀ ਬਣ ਗਿਆ। ਕਿ ਉਹ ਮੇਨਕਾ ਬੈਠੀ ਸੀ, ਮੇਨਕਾ ਨੂੰ ਕਹਿੰਦੇ ਨੇ ਦੇ ਕੇ ਇਸ ਆਂਟੀ ਨੂੰ, ਇਹਦੇ ਮੁੰਡੇ ਦੀ ਮੈਂ ਕਰੋੜਾਂ ਦੀ ਬਾਂਹ ਬਚਾਈ ਹੈ। ਉਹ ਇਸ ਬਾਂਹ ਨਾਲ ਕਿੰਨਾ ਕਮਾਏਗਾ ਤੇ ਕਿੰਨੀਆਂ ਗੱਡੀਆਂ ਖਰੀਦੇਗਾ। ਤੇ 1-2 ਸੈਕਿੰਡ ਪਹਿਲੇ ਮੈਂ ਉਹਦੀ ਬਾਂਹ ਅੰਦਰ ਕੀਤੀ, ਨਹੀਂ ਤੇ ਉਹਦੀ ਬਾਂਹ ਗਈ ਸੀ। ਮੈਂ ਹੈਰਾਨ, ਮੈਂ ਕਿਹਾ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਚੱਲ ਗਿਆ ਵੀ ਬਾਂਹ ਇਸ ਤਰ੍ਹਾਂ ਰੱਖ ਕੇ ਗੱਡੀ ਚਲਾਉਂਦਾ ਪਿਆ ਸੀ। ਮੇਰੇ ਹਸਬੈਂਡ ਵੀ ਬੜਾ ਹੈਰਾਨ, ਚੁੱਪ। ਲੇਕਿਨ ਗੁਰੂ ਜੀ ਦੇ ਸਾਹਮਣੇ ਤੇ ਜ਼ਬਾਨ ਖੋਲਣ ਦੀ ਹਿੰਮਤ ਹੀ ਨਹੀਂ ਹੁੰਦੀ ਸੀ। ਇਸ ਤਰ੍ਹਾਂ ਕੋਈ ਪੁੱਛੀਏ, ਕੁਝ ਨਹੀਂ ਬੋਲਿਆ ਤੇ ਚੁੱਪ ਹੋ ਗਿਆ ਸੀ। ਉਹ ਖੈਰ ਗੱਡੀ ਵੱਡੀ ਤਾਂ ਠੀਕ ਹੋ ਗਏ, ਆ ਗਈ। ਉਹੀ ਗੱਲ ਬਣੀ, ਗੁਰੂ ਜੀ ਦਾ ਜਿਹੜਾ ਆਸ਼ੀਰਵਾਦ ਸੀ। ਤੇ ਸ਼ਾਇਦ ਮੇਰੇ ਬੱਚੇ ਨੇ ਪਤਾ ਨਹੀਂ ਕਿੰਨੀ ਗੱਡੀਆਂ ਪਹਿਲੇ ਐਸੈਂਟ ਖਰੀਦੀ, ਫਿਰ ਸੈਂਟਰੋ ਖਰੀਦੀ, ਫਿਰ ਫੋਰਚੂਨਰ, ਗੱਡੀ ਤੋਂ ਗੱਡੀ ਬਦਲਦਾ ਰਹਿੰਦਾ ਸੀਗਾ। ਨੌਕਰੀ ਲੱਗ ਗਈ ਅੱਛੀ ਉਹਦੀ, ਉਹਦੇ MBA ਕਰ ਲਈ ISB ਤੋਂ, ਹੈਦਰਾਬਾਦ ਤੋਂ, ਚੰਗੀ ਜੌਬ ਜੂਬ ਲੱਗ ਗਈ ਉਹਦੀ। ਤੇ ਮੈਂ ਕਿਹਾ ਗੁਰੂ ਜੀ ਨੇ ਦੇਖੋ ਬਾਂਹ ਕਿਸ ਤਰ੍ਹਾਂ ਬਚਾਈ ਮੇਰੇ ਬੱਚੇ ਦੀ। ਨਹੀਂ ਤੇ ਪਤਾ ਇਸ ਤਰ੍ਹਾਂ ਹੋ ਜਾਣਾ ਸੀ ਜੇ ਬਾਂਹ ਹੀ ਨਹੀਂ ਹੈ, ਜਿਸ ਤਰ੍ਹਾਂ ਪਤਾ ਨਹੀਂ ਕੀ ਹੁੰਦਾ ਸਾਡੇ। ਮੇਰੇ ਗੁਰੂ ਜੀ ਇਸ ਤਰ੍ਹਾਂ ਸਾਡੇ ਨਾਲ 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 ਰਹਿੰਦੇ ਸੀਗੇ। ਇੰਨਾ ਪਿਆਰ ਪਾ ਲਿਆ ਸੀ ਗੁਰੂ ਜੀ ਨੇ ਸਾਡੇ ਚ ਵੀ, ਤੇ ਅਸੀਂ ਗੁਰੂ ਚ ਪਾ ਲਿਆ ਸੀ। ਗੁਰੂ ਤੋਂ ਬਿਨਾਂ ਤੇ ਗਤ ਹੀ ਨਹੀਂ ਸੀ ਸਾਡੀ। ਇੰਨੇ ਸ਼ਿਵ ਦਾ ਅਵਤਾਰ ਹੈਗੇ ਨੇ, ਮੈਂ ਦੱਸਦੇ ਹਾਂ ਤੁਹਾਨੂੰ ਸੱਚੀ। ਗੁਰੂ ਜੀ ਮੇਰੇ ਸ਼ਿਵ ਜੀ ਹੈਗੇ ਸੀ, ਬਿਲਕੁਲ ਸ਼ਿਵ ਹੈਗੇ ਨੇ। ਕਦੀ ਕਦੀ ਤੇ ਇਸ ਤਰ੍ਹਾਂ ਲੱਗਦਾ ਸੀ, ਮੈਂ ਬਤਾ ਨਹੀਂ ਸਕਦੀ ਕਿਸ ਤਰ੍ਹਾਂ ਡਿਸਕ੍ਰਾਈਬ ਕਰਾਂ ਨਾ ਗੁਰੂ ਨੂੰ। ਇਹ ਗੁਰੂ ਜੀ ਸ਼ਿਵ ਦਾ ਰੂਪ ਦਿਖਾਇਆ ਹੋਇਆ ਉਹਨਾਂ ਨੇ ਸਾਨੂੰ, ਬਿਲਕੁਲ ਸ਼ਿਵ ਦਾ ਰੂਪ ਦੇਖਿਆ ਮੈਂ, ਅਸੀਂ ਅੱਖਾਂ ਨਾਲ ਦੇਖਿਆ ਹੋਇਆ। ਉਸ ਦੇ ਬਾਅਦ ਗੁਰੂ ਜੀ ਬਹੁਤ ਧਿਆਨ ਰੱਖਦੇ ਸੀਗੇ, ਬਹੁਤ ਹੀ ਜ਼ਿਆਦਾ ਧਿਆਨ ਰੱਖਦੇ ਸੀਗੇ। ਫਿਰ ਮੈਂ ਉੱਥੇ ਗਈ ਹੈਦਰਾਬਾਦ, ਤੇ ਉੱਥੇ ਗਈ ਤੇ ਮੈਂ ਗਈ ਬਿੱਤੂ ਨੂੰ, ਮੈਂ ਕਿਹਾ, ਮੈਂ ਕਿਹਾ ਬੇਟਾ ਸਾਈਂ ਬਾਬਾ ਕਹਿੰਦੇ ਨੇ ਗੱਲ ਮੰਨਦੇ ਨੇ, ਥੋੜਾ ਬੱਚੇ ਵਾਸਤੇ ਪੁੱਛੀਏ ਮੈਨੂੰ, ਅਸੀਂ ਜਾਣਾ ਚਾਹੁੰਦੇ ਹਾਂ ਤੇਰੇ ਡੈਡੀ ਤੇ ਮੈਂ। ਉੱਥੇ ਕਹਿੰਦੇ ਨੇ ਹਾਂਜੀ ਬੱਸ ਜਾਂਦੀ ਹੈ, ਸਵੇਰੇ ਜਾਂਦੀ ਹੈ, ਰਾਤੀ ਲੈ ਜਾਏਗੀ ਤੁਹਾਨੂੰ, ਸਵੇਰੇ ਪਹੁੰਚਾਏਗੀ, ਦਰਸ਼ਨ ਵੀ ਕਰਾਏਗੀ, ਤੇ ਉਸੇ ਦਿਨ ਰਾਤ ਨੂੰ ਫਿਰ ਵਾਪਿਸ ਵੀ ਲਿਆਏਗੀ। ਅਸੀਂ ਚਲੇ ਗਏ।
ਹਾਲਾਂਕਿ ਗੁਰੂ ਜੀ ਕੋਲ ਜਾਣਾ ਸ਼ੁਰੂ ਵੀ ਕਰ ਦਿੱਤਾ ਸੀ, ਪਰ ਫੇਰ ਵੀ ਦਿਮਾਗ ਵਿੱਚ ਹੈਗਾ ਸੀ ਉਤਲੇ ਤੱਕ ਬਈ ਸਾਈਂ ਬਾਬਾ ਦਾ ਵੀ ਬੜਾ ਸੁਣਿਆ ਹੋਇਆ ਸੀ। ਅਸੀਂ ਚਲੇ ਗਏ, ਉੱਥੇ ਗਏ, ਦਰਸ਼ਨ ਕੀਤੇ, ਤੇ ਸਾਈਂ ਬਾਬਾ ਨੇ, ਸੰਗਤ ਜੀ ਸਾਈਂ ਬਾਬਾ ਨੇ ਨਾ ਉੱਥੇ ਮੱਥਾ ਟੇਕਣ ਦੇ ਬਾਅਦ ਉੱਥੇ ਪੁਜਾਰੀ ਜੀ ਬੈਠੇ ਸੀ, ਉਹਨੇ ਮੈਨੂੰ ਇੱਕ ਰੁਦਰਾਕਸ਼ ਪਕੜਾ ਦਿੱਤਾ। ਮੈਂ ਇਹ ਹਾਥੀ ਦੇਖਦੀ ਪਈ ਸੀ, ਪੁਜਾਰੀ ਜੀ ਕਹਿੰਦੇ ਨੇ ਇਹ ਪੀਲੇ धागे में डाल के ना गले में डाल लेना। ਉਹ ਲੈ ਲਿਆ ਮੈਂ, ਚਲੋ ਹੈਗਾ, ਉਹਨਾਂ ਨੇ ਕੁਝ ਦਿੱਤਾ ਪ੍ਰਸ਼ਾਦ, ਸਾਈਂ ਬਾਬਾ ਨੇ ਦਿੱਤਾ, ਮੈਂ ਕਿਹਾ ਸ਼ਾਇਦ ਬਲੈਸਿੰਗ ਹੋਣੀਆਂ ਨੇ ਬੱਚਿਆਂ ਵਾਸਤੇ, ਘਰ ਵਾਸਤੇ, ਮੈਂ ਰੱਖ ਲਿਆ ਉਹਨੂੰ, ਪੱਲੇ 'ਚ ਬੰਨ ਲਿਆ ਚੁੰਨੀ ਦੇ, ਤੇ ਉੱਥੇ ਮੈਂ ਘਰ ਆ ਕੇ ਬਿਟੀਆਂ ਨੂੰ ਵੀ ਦਿਖਾਇਆ, ਮੈਂ ਕਿਹਾ ਰੁਦਰਾਕਸ਼ ਮਿਲਿਆ ਉੱਥੇ। ਕਹਿੰਦੇ ਵਾਹ ਮੰਮੀ। ਫਿਰ ਅਸੀਂ ਆਏ ਦਿੱਲੀ, 2-3 ਦਿਨ ਬਾਅਦ ਫਿਰ ਮੈਂ ਕਿਹਾ ਚਲੋ ਗੁਰੂ ਜੀ ਨੂੰ ਮਿਲ ਲੈਂਦੇ ਆ। ਮੈਂ ਗਲੇ 'ਚ ਪਾ ਲਿਆ ਸੀ ਰੁਦਰਾਕਸ਼ ਉਹ ਪੀਲੇ धागे 'ਚ, ਤੇ ਜਿਸ ਵੇਲੇ ਮੈਂ ਮੱਥਾ ਟੇਕਣ ਲੱਗੀ ਗੁਰੂ ਜੀ ਨੂੰ, ਉਹ ਗੁਰੂ ਜੀ ਨੇ ਪਤਾ ਨਹੀਂ ਕਿਵੇਂ ਉਹਨਾਂ ਦੀ ਨਜ਼ਰ ਪੈ ਗਈ, ਕਹਿੰਦੇ ਇਹ ਕੀ ਪਾਈ ਗੱਲੇ 'ਚ। ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਗੁਰੂ ਜੀ ਉੱਥੇ ਗਏ ਸੀ ਨਾ ਜ਼ਰਾ ਸਾਈਂ ਬਾਬਾ ਜੀ ਕੋਲ ਚਲੇ ਗਏ, ਸਾਰੇ ਕਹਿੰਦੇ ਸੀ ਸਾਈਂ ਬਾਬਾ ਜੀ ਬੜੀ ਸੁਣਦੇ ਨੇ, ਇੱਛਾ ਪੂਰੀ ਕਰਦੇ ਨੇ, ਗੱਲ ਪੂਰੀ ਕਰਦੇ ਨੇ, ਇਨੋਸੈਂਟ ਵੇ ਜਿਸ ਤਰ੍ਹਾਂ ਸਾਰੇ ਦੱਸਦੇ ਨੇ। ਕਹਿੰਦੇ ਫਿਰ ਤੇਰੀ ਇੱਛਾ ਪੂਰੀ ਹੋ ਗਈ? ਮੈਂ ਕਿਹਾ ਹੁਣ ਤਾਂ ਹੋਏਗੀ ਨਾ ਗੁਰੂ ਜੀ, ਜਿਸ ਵੇਲੇ ਤੁਸੀਂ ਚਾਹੋਗੇ ਤੇ ਹੋਏਗੀ। ਤੇ ਫਿਰ ਕਹਿੰਦੇ ਨੇ ਦਿਖਾ ਮੈਨੂੰ ਇਹ ਜਿਹੜਾ ਰੁਦਰਾਕਸ਼ ਪਾਇਆ ਹੋਈ। ਮੈਂ ਦਿਖਾ ਦਿੱਤਾ, ਧਾਗਾ ਉਤਾਰ ਕੇ, ਇਸ ਤਰ੍ਹਾਂ ਥੋੜਾ ਢਿੱਲਾ ਸੀ ਉੱਪਰੋਂ ਸਿਰ ਤੋਂ ਲੈ ਕੇ, ਮੈਂ ਕਿਹਾ ਇਹ ਹੈਗਾ ਗੁਰੂ ਜੀ। ਲੈ ਕੇ ਉਹਨਾਂ ਕੋਲੋਂ ਉਹਨਾਂ ਦੀ ਟੇਬਲ ਤੇ ਰੱਖ ਲਿਆ ਚੁੱਪਚਾਪ। ਫਿਰ ਜਿਸ ਵੇਲੇ ਮੱਥਾ ਟੇਕਣ ਲੱਗੇ ਤੇ ਮੈਨੂੰ ਕਹਿੰਦੇ ਨੇ ਇਹ ਨਹੀਂ ਪਾਣਾ ਤੂੰ, ਇਹ 3 ਮੁਖੀ ਹੈਗਾ, ਤੇਰੇ ਵਾਸਤੇ ਠੀਕ ਨਹੀਂ ਹੈਗਾ। ਮੈਂ ਕਿਹਾ ਫਿਰ ਗੁਰੂ ਜੀ ਕੀ ਪਾਣਾ? ਕਹਿੰਦੇ ਨੇ 1 ਮੁਖੀ ਤੂੰ ਪਾਣਾ ਚਾਹੀਦਾ। ਮੈਂ ਕਿਹਾ ਗੁਰੂ ਜੀ 1 ਮੁਖੀ ਮੈਂ ਕਿੱਥੋਂ ਲਵਾਂਗੀ, ਇਹ ਤੇ ਪੁਜਾਰੀ ਜੀ ਨੇ ਦਿੱਤਾ ਸੀ। ਥੋੜੀ ਦੇਰ ਚੁੱਪ ਰਹੇ, ਕਹਿੰਦੇ ਮੈਂ ਦੇਵਾਂਗਾ ਆਂਟੀ, ਮੈਂ ਤੈਨੂੰ ਦੇਵਾਂਗਾ। ਮੈਂ ਕਿਹਾ ਅੱਛਾ। ਫਿਰ ਹੁਣ ਇਹ ਬੈਠ ਗਈ ਮੈਂ, ਤੇ ਦੂਸਰੇ ਦਿਨ ਤੀਸਰੇ ਦਿਨ ਗਏ, ਉਹਨੇ ਗੁਰੂ ਜੀ ਨੇ ਮੈਨੂੰ ਬੜਾ ਸੋਹਣਾ ਰੁਦਰਾਕਸ਼ ਦਿੱਤਾ, ਇੰਨਾ ਸੋਹਣਾ, ਮੈਨੂੰ ਮੱਥਾ ਟੇਕਿਆ, ਮੇਰੇ ਹੱਥ ਤੇ ਰੱਖ ਦਿੱਤਾ, ਬਹੁਤ ਸੋਹਣਾ ਹੈ, ਮੇਰੇ ਕੋਲ ਹੈ ਹਾਲੇ ਵੀ, ਇੰਨੀ ਫ੍ਰੈਗਰੈਂਸ ਹੈ ਉਸ, ਅੱਜ ਤੱਕ ਹੈਗੀ ਉਸ ਰੁਦਰਾਕਸ਼ ਵਿੱਚ। ਘਰ ਆਈ ਤੇ ਸਾਡੇ ਪੜੋਸ ਚ ਇੱਕ ਬੰਗਾਲੀ ਸੁਨਾਰਾ ਸੀਗਾ, ਮੈਂ ਆਪਣੇ ਹਸਬੈਂਡ ਨੂੰ ਲੈ ਕੇ ਉਹਦੇ ਕੋਲ ਗਈ, ਮੈਂ ਕਿਹਾ ਉਹ ਅੰਕਲ ਜੀ ਇਹ ਬਣ ਸਕਦਾ, ਇਹਨੂੰ ਸੋਨੇ ਚ ਪਾ ਦਿਓ, ਮੈਂ ਫਿਰ ਇਹਨੂੰ ਪਾ ਲਾਂਗੀ, ਥੋੜਾ ਕੁੰਡਾ ਲੱਗ ਜਾਏਗਾ ਤਾਂ। ਕਹਿੰਦੇ ਹਾਂ ਬਹੁਤ ਸੋਹਣਾ ਬਣਾ ਦਿਆਂਗਾ। ਬੰਗਾਲੀ ਸੀ, ਉਹਨੇ ਬੜਾ ਹੀ ਸੋਹਣਾ ਉਹਦੇ ਉੱਤੇ ਆਸੇ ਪਾਸੇ ਉਹਦੀ ਪਾਈਪਿੰਗ ਲਾ ਕੇ ਬੜੀ ਸੋਹਣੀ ਬਣਾ ਦਿੱਤਾ, ਇੰਨਾ ਸੋਹਣਾ। ਦੂਸਰੇ ਦਿਨ ਮੈਨੂੰ ਵਾਪਿਸ ਲਿਆ ਦਿੱਤਾ, ਤੀਸਰੇ ਦਿਨ ਮੈਂ ਫਿਰ ਗਈ ਗੁਰੂ ਜੀ ਕੋਲ ਚੇਨ ਵਿੱਚ ਪਾ ਕੇ, ਉਹ ਬੜਾ ਸੋਹਣਾ। ਮੈਂ ਬੜੀ ਖੁਸ਼ ਨਾਲ ਮੱਥਾ ਟੇਕਿਆ, ਮੈਂ ਕਿਹਾ ਗੁਰੂ ਜੀ ਦੇਖੋ ਤੁਸੀਂ ਦਿੱਤਾ ਸੀ ਕਿੰਨਾ ਸੋਹਣਾ ਬਣ ਗਿਆ, ਦੇਖੋ ਕਿੰਨਾ ਸੋਹਣਾ ਬਣ ਗਿਆ। ਹਾਂ ਇਹ ਤੇ ਬੜਾ ਸੋਹਣਾ, ਦਿਖਾ। ਮੈਂ ਚੇਨ ਉਤਾਰ ਕੇ ਨਾ ਐਵੇਂ ਗੱਲ ਤੋਂ ਉੱਪਰੋਂ ਹੀ, ਮਤਲਬ ਖੁੱਲੀ ਸੀ, ਉਤਰ ਜਾਂਦੀ ਸੀ, ਗੁਰੂ ਜੀ ਦੇ ਹੱਥ ਤੇ ਰੱਖੀ, ਉਹ ਦੇਖਦੇ ਰਹੇ ਥੋੜੀ ਦੇਰ, ਤੇ ਗੁਰੂ ਜੀ ਨੇ ਆਪਣੇ ਕੋਲ ਰੱਖ ਲਈ। ਮੈਂ ਕਿਹਾ ਬਲੈਸ ਕਰਕੇ ਦੇ ਦੇਣਗੇ ਸ਼ਾਇਦ। ਅਸੀਂ ਬੈਠ ਗਏ, ਗੁਰੂ ਜੀ ਨੇ ਆਪਣੇ ਗਲੇ 'ਚ ਪਾ ਲਏ, ਤਮਾਸ਼ੇ ਕਰਦੇ ਸੀ, ਗੁਰੂ ਜੀ ਪਾ ਕੇ ਬੈਠ ਗਏ। ਮੈਂ ਕਿਹਾ ਚਲੋ, ਅੰਕਲ ਨੂੰ ਵੀ ਮੈਂ ਕਿਹਾ ਗੁਰੂ ਜੀ ਪਾ ਲਈਏ, ਸ਼ਾਇਦ ਗੁਰੂ ਜੀ ਨੂੰ ਦੇ ਦੇਈਏ। ਕਹਿੰਦੇ ਨਹੀਂ ਗੁਰੂ ਜੀ ਨੇ ਰੁਦਰਾਕਸ਼ ਤੈਨੂੰ ਦਿੱਤਾ ਤੇ ਉਹ ਥੋੜੀ ਰੱਖਣਗੇ ਐਵੇਂ। ਮੈਂ ਕਿਹਾ ਅੱਛਾ। ਫਿਰ ਜਿਸ ਵੇਲੇ ਆਣ ਲੱਗੇ ਮੱਥਾ ਟੇਕਿਆ, ਕੋਈ ਨਾ ਚੇਨ ਪਾਈ ਰੱਖੀ ਗੁਰੂ ਜੀ ਨੇ। ਅੱਛਾ ਚਲੋ ਕੱਲ ਆ ਜਾਣਾ। ਚਲੇ ਗਏ ਆਪਣੀ ਗੱਡੀ, ਘਰ ਰਸਤੇ 'ਚ ਮੈਂ ਕਿਹਾ ਵੀ ਮੈਂ ਤੇ ਇੱਕ ਇਨਸਾਨ ਹੀ ਆ ਨਾ, ਵੈਸੇ ਤਾਂ ਭਾਵੇਂ ਮੇਰੀ ਗਲਤੀ ਹੈ, ਭਾਵੇਂ ਗੁਰੂ ਜੀ ਸੁਣਦੇ ਵੀ ਪਏ ਹੋਣਗੇ। ਮੈਂ ਕਿਹਾ ਉਹ ਤਾਂ ਗੁਰੂ ਜੀ ਨੇ ਰੁਦਰਾਕਸ਼ ਤਾਂ ਦਿੱਤਾ ਹੀ ਦਿੱਤਾ, ਮੇਰੀ ਚੇਨ ਵੀ ਚਲੀ ਗਈ, ਉਹ ਤਾਂ ਗੁਰੂ ਜੀ ਨੇ ਪਾ ਲਈ ਹੈ। ਹੁਣ ਮੇਰੇ ਕਿਆ ਲੈਣਾ, ਸਾਨੂੰ ਅੱਛਾ ਲੱਗੇਗਾ ਕੋਈ? ਗੁਰੂ ਜੀ ਨੇ ਪਾਈ ਹੋਈ ਹੈ, ਛੋਟੀ ਜਿਹੀ ਘੜੀ ਜਿਹੀ ਵੀ ਪਾਉਂਦੇ ਨੇ ਗੁਰੂ ਜੀ, ਕੜਾ ਪਾਉਂਦੇ ਨੇ, ਸੋਹਣੀ ਤਾਂ ਲੱਗ ਰਹੀ ਸੀ। ਮੈਂ ਵੀ ਉਹ ਫਿਰ 2 ਦਿਨ ਮੈਂ ਜਾ ਨਹੀਂ ਸਕੀ, ਕੋਈ ਕਿੱਟੀ ਪਾਰਟੀ ਸੀ ਕੁਝ ਸੀ। ਤੀਸਰੇ ਦਿਨ ਮੈਂ ਗਈ ਤੇ ਗੁਰੂ ਜੀ ਕਹਿਣ ਲੱਗੇ ਆਈ ਨਹੀਂ। ਮੈਂ ਕਿਹਾ ਗੁਰੂ ਜੀ ਕੰਮ ਪੈ ਗਿਆ ਕੁਝ, ਤੇ ਚੇਨ ਨਹੀਂ ਲੈਣੀ ਸੀ ਤੂੰ ਆਪਣੀ, ਮੈਂ ਦੇ ਗਈ ਹੈ। ਮੇਰੇ ਮੂੰਹ ਚੋਂ ਨਿਕਲਿਆ, ਮੈਂ ਹੱਸਣ ਲੱਗ ਗਈ। ਮੈਂ ਕਿਹਾ ਗੁਰੂ ਜੀ ਤੁਸੀਂ ਪਾਈ, ਕੋਈ ਗੱਲ ਹੈ ਨਾ, ਕੀ ਹੋਇਆ, ਤੁਸੀਂ ਪਾਈ ਰੱਖੋ, ਸੋਹਣੀ ਵੀ ਲੱਗਦੀ ਪਈ ਹੈ। ਕਹਿੰਦੇ ਲੈ ਇੰਜ ਥੋੜੀ ਹੁੰਦਾ, ਮੈਂ ਹੀ ਤਾਂ ਦਿੱਤਾ ਤੈਨੂੰ ਰੁਦਰਾਕਸ਼ ਪਾਉਣ ਵਾਸਤੇ, ਹੈ ਪਗਲੀ ਹੋਈ ਹੈ, ਕਮਲੀ ਹੋ ਗਈ ਹੈ, ਕਮਲੀ। ਮੈਂ ਉਹਨਾਂ ਨੇ ਮੈਨੂੰ ਦਿੱਤੀ, ਜਿਸ ਵੇਲੇ ਮੈਂ ਲੈਣ ਲੱਗੀ, ਚੁੱਕ ਕੇ ਮੱਥਾ ਟੇਕਣ ਲੱਗੀ, ਲੈਣ, ਉਹਨਾਂ ਨੇ ਮੇਰੇ ਗਲੇ 'ਚ, ਮੇਰੀ ਚੇਨ ਮੇਰੇ ਗਲੇ 'ਚ ਪਾ ਛੱਡੀ, ਮੇਰੇ ਹੱਥ 'ਚ ਦੇਣ ਦੀ ਬਜਾਏ ਮੇਰੇ ਗਲੇ 'ਚ ਹੀ ਪਾ ਦਿੱਤੀ। ਉਹ ਦਿਨ ਅੱਜ ਦਿਨ ਮੈਂ ਉਹ ਚੇਨ ਪਾਈ ਫਿਰਨੀ ਆ, ਰੁਦਰਾਕਸ਼ ਨੂੰ ਛਾਤੀ ਨਾਲ, ਦਿਲ ਨਾਲ, ਗਲੇ ਨਾਲ ਲਗਾ ਕੇ ਫਿਰਨੀ ਆ। ਲੋਕੀ ਸੁੰਘਦੇ ਨੇ, ਕਹਿੰਦੇ ਨੇ 25-30 ਸਾਲ ਹੋ ਗਏ ਨੇ, ਹਾਲੀ ਤੱਕ ਇਸ ਦੇ ਖੁਸ਼ਬੂ ਹੈਗੀ ਹੈ। ਇੰਨਾ ਸੋਹਣਾ, ਮਤਲਬ ਮੈਨੂੰ ਤੋਹਫਾ ਦਿੱਤਾ ਗੁਰੂ ਜੀ ਨੇ,
ਤੇ ਸਾਰੇ ਪੁੱਛਦੇ ਨੇ ਮੈਂ ਕਿਹਾ ਜਿਹੜਾ ਲਏਗਾ ਮੇਰਾ ਕਰੇਗਾ ਕੁਰਿਆ ਕਰਮ ਉਹ ਲੈ ਜਾਏਗਾ, ਮੈਂ ਜੋ ਮੇਰੇ ਕੋਲ ਪਹਿਲੇ ਆਏਗਾ ਲੈ ਜਾਏਗਾ, ਮੈਂ ਕੀ ਕਰਨਾ ਹੈ ਹੁਣ, ਮੈਂ ਤੇ ਨਾਲ ਤੇ ਨਹੀਂ ਨਾ ਜਾ ਸਕੇਗਾ ਮੇਰੇ। ਮੈਂ ਬੜਾ ਪਾਉਂਦੀ ਸੀ ਉਸਨੂੰ ਪਿਆਰ ਨਾਲ, ਅੱਜ ਵੀ ਪਾਉਂਦੀ ਹਾਂ ਮੈਂ, ਤੋਹਫਾ ਗੁਰੂ ਜੀ ਦੇ ਹੱਥ ਦਾ ਦਿੱਤਾ ਹੋਇਆ ਹੈਗਾ। ਇਹ ਮੇਰੇ ਗੁਰੂ ਜੀ ਹੈਗੇ ਨੇ ਤੇ ਬੜੀ ਉਹਨਾਂ ਨੇ। ਫਿਰ ਮੈਂ ਤੁਹਾਨੂੰ ਹੁਣ ਦੱਸਾਂ ਕਿ ਮੇਰਾ ਕੋਰੀਅਰ ਆਂਟੀ ਨਾ ਕਿਉਂ ਪਿਆ। ਹੈਦਰਾਬਾਦ ਵਿੱਚ ਸਾਨੂੰ ਉਹਨਾਂ ਨੇ ਕਿਹਾ ਤੁਸੀਂ ਚਲੇ ਜਾਓ। ਮੈਂ ਕਿਹਾ ਗੁਰੂ ਜੀ ਘਰ ਹੈਗਾ ਆਪਣਾ, ਤੁਸੀਂ ਇੱਥੇ, ਹੁਣ ਮੇਰਾ ਦਿਲ ਨਹੀਂ ਲੱਗਦਾ ਸਾਡਾ, ਅਸੀਂ ਤੁਹਾਡੇ ਬਿਨਾਂ ਰਹੀਏ। ਕਹਿੰਦੇ ਨਹੀਂ ਤੂੰ ਚਲੀ ਜਾ, ਇਹ ਘਰ ਵੇਚ ਦੇ। ਮੈਂ ਕਿਹਾ ਗੁਰੂ ਜੀ ਕਿਰਾਏ ਤੇ ਚੜਦਾ ਹੈ ਚੰਗਾ, ਪੰਜਾਬ ਨੈਸ਼ਨਲ ਬੈਂਕ ਵਾਲੇ ਲੈ ਲੈਣਗੇ ਕਿਰਾਇਆ ਚੰਗਾ। ਨਹੀਂ 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 ਨਹੀਂ, ਇਹਨੂੰ ਕਿਰਾਏ ਤੇ ਨਹੀਂ ਦੇਣਾ, ਉਹਦੇ ਕੋਰਟ ਦੇ ਚੱਕਰਾਂ 'ਚ ਪੈ ਜਾਏਗੀ, ਹੱਥ 'ਚੋਂ ਘਰ ਵੀ ਚਲਾ ਜਾਏਗਾ, ਇਹਨੂੰ ਵੇਚ ਦਿਓ, ਚਲੇ ਜਾਓ। ਮੈਂ ਕਿਹਾ ਗੁਰੂ ਜੀ ਫਿਰ ਤੁਹਾਡੇ ਬਿਨਾਂ, ਕਹਿੰਦੇ ਮੈਂ ਦਿੱਲੀ ਛੱਡ ਦੇਣੀ ਹੈ। ਮੈਂ ਦਿੱਲੀ ਨੂੰ ਸੁਧਾਰਨ ਆਇਆ ਸੀ, ਦਿੱਲੀ 'ਚ ਮੇਰਾ ਮਨ ਨਹੀਂ ਲੱਗਦਾ, ਲੋਕ ਸੁਧਰਦੇ ਨਹੀਂ ਪਏ, ਮੈਂ ਛੱਡ ਦੇਣੀ ਹੈ ਦਿੱਲੀ, ਮੈਂ ਨਹੀਂ ਰਵਾਂਗਾ, ਤੂੰ ਜਾ ਪਹਿਲੇ ਜਾ, ਮੈਂ ਤੈਨੂੰ ਬੜੀ ਚੰਗੀ ਸੰਗਤ ਦਿਆਂਗਾ, ਇੰਨਾ ਪਿਆਰ ਦੇਗੀ ਤੈਨੂੰ ਸੰਗਤ, ਤੂੰ ਦੇਖੀ। ਅਸੀਂ ਹੈਦਰਾਬਾਦ ਆ ਕੇ ਜੇ ਸ਼ਿਫਟ ਕਰ ਗਏ, ਕਿਉਂਕਿ ਮੇਰੀ ਬੇਟੀ ਵੀ ਹੈਦਰਾਬਾਦ ਸੀ। ਫਿਰ ਬੇਟੇ ਦੀ ਨੌਕਰੀ ਏਅਰਟੈਲ ਵਿੱਚ ਲੱਗ ਗਈ ਸੀ, ਇੱਥੇ ਸਪਲੈਂਡਿਡ ਟਾਵਰ ਹੈਦਰਾਬਾਦ ਹੀ, ਅਸੀਂ ਵੀ ਆ ਗਏ ਸੀ। ਚਲ ਦੋਨੋਂ ਬੱਚੇ ਉੱਥੇ ਨੇ, ਅਸੀਂ ਵੀ ਚਲੋ ਚੱਲਨੇ ਆ ਉੱਥੇ। ਉਹ ਅਸੀਂ ਇੱਥੇ ਆਏ ਤੇ ਬੱਚਾ ਦਿੱਲੀ ਵਿਵਾ ਕੌਮ ਵਿੱਚ ਲੱਗ ਗਿਆ। ਬੇਟੀ ਆਸਟ੍ਰੇਲੀਆ ਚਲੀ ਗਈ, ਅਸੀਂ ਇੱਥੇ ਦੇਤੇ ਰਹਿ ਗਏ। ਹਸਬੈਂਡ ਨੂੰ, ਮੇਰੇ ਅੰਕਲ ਨੂੰ ਗੁਰੂ ਜੀ ਲੈ ਗਏ ਨੇ, ਮੈਂ ਉੱਥੇ ਦੀ ਉੱਥੇ ਬੈਠੀ ਹੈਗੀ ਆ ਹੈਦਰਾਬਾਦ ਵਿੱਚ। ਜਦੋਂ ਅੰਕਲ ਸਨ ਨਾ ਤੇ ਮੇਰੀ ਬੇਟੀ ਦੀ ਨੌਕਰੀ ਲੱਗ ਗਈ ਸੀ IBM ਗੁੜਗਾਵਾਂ ਵਿੱਚ, ਤੇ ਰਿਤੂ ਜਾਣ ਲੱਗ ਗਈ ਗੁਰੂ ਜੀ ਕੋਲੋਂ। ਗੁਰੂ ਜੀ ਇੰਨੇ ਸਾਲਾਂ ਬਾਅਦ ਜਾ ਕੇ ਕਹਿੰਦੀ ਗੁਰੂ ਜੀ ਮੈਨੂੰ ਪਛਾਣਿਆ, ਆਹੋ ਬਗਾਈ ਦੀ ਭਾਂਜੀ, ਮੇਰੇ ਬ੍ਰਦਰ ਦੀ ਨਾਂ ਲਿਆ ਉਹਨਾਂ ਨੇ, ਜਿਹੜਾ ਮੈਨੂੰ ਲੈ ਗਿਆ ਸੀ, ਉਹਨੂੰ ਬਗਾਈ ਕਹਿੰਦੇ ਸੀ ਨਾ ਸੀ, ਮੈਂ ਬਗਾਈ ਮਾਂ ਪੇਕਿਆਂ ਵੱਲੋਂ, ਬਗਾਈ ਦੀ ਭਾਂਜੀ ਹੈ। ਰਿਤੂ ਨੇ ਕਿਹਾ ਤੇ ਗੁਰੂ ਜੀ ਨੂੰ ਸਾਰਾ ਯਾਦ ਹੈ। ਮੰਮੀ ਕਿੱਥੇ ਆ? ਹੈਦਰਾਬਾਦ। ਉਹਨੇ ਕਿਹਾ ਜੀ ਹੈਦਰਾਬਾਦ ਹੈ, ਤੁਸੀਂ ਤਾਂ ਭੇਜਿਆ। ਅੱਛਾ, ਤੇ ਮੰਮੀ ਨੂੰ ਕਹਿ ਗੁਰੂ ਜੀ ਯਾਦ ਕਰਦੇ ਪਏ ਨੇ, ਫੋਨ ਕਰਦੇ ਹੀ ਜਾ ਕੇ ਮੰਮੀ ਨੂੰ। ਕਹਿੰਦੇ ਅੱਛਾ। ਫੋਨ ਰਿਤੂ ਦਾ ਆਇਆ, ਕਹਿਣ ਲੱਗੀ ਮੰਮਾ ਗੁਰੂ ਜੀ ਬੁਲਾ ਰਹੇ ਨੇ ਤੁਹਾਨੂੰ, ਯਾਦ ਕਰਦੇ ਪਏ ਨੇ। ਇੱਕ ਵਾਰੀ ਦੂਸਰੇ ਦਿਨ ਉਹਨੇ ਫਿਰ ਕੀਤਾ, ਗੁਰੂ ਜੀ ਨੇ ਫਿਰ ਪੁੱਛਿਆ ਕਿ ਕੀਤਾ ਹੀ ਫੋਨ? ਆ ਕੀਤਾ ਸੀ ਜੀ। ਫਿਰ ਕੀ ਕਹਿੰਦੀ ਮੰਮੀ? ਆ ਕਈ ਗੁਰੂ ਜੀ ਬੁਲਾਉਂਦੇ ਪਏ ਨੇ, ਯਾਦ ਕਰਦੇ ਪਏ ਨੇ। ਫਿਰ ਉਹਨੇ ਦੂਸਰੇ ਦਿਨ ਕੀਤਾ, ਕੋਈ ਨਾ, ਫਿਰ ਉਹੀ ਮੇਰੇ ਹਸਬੈਂਡ ਚੁੱਕੇ ਹੋ ਗਏ ਸੁਣ ਕੇ। ਤੀਸਰੇ ਦਿਨ ਫਿਰ ਕੀਤਾ, ਤੇ ਫਿਰ ਮੇਰੇ ਹਸਬੈਂਡ ਨੂੰ ਮੈਂ ਕਿਹਾ ਗੱਲ ਸੁਣੋ, ਬਾਰ-ਬਾਰ ਗੁਰੂ ਜੀ ਬੁਲਾ ਰਹੇ ਨੇ, ਮੈਨੂੰ ਜਾਣ ਦਿਓ। ਕਹਿੰਦੇ ਹੁਣ ਫੇਰ ਤੂੰ ਜਾਏਂਗੀ, ਰਿਤੂ ਵੀ ਇੱਥੇ ਨਹੀਂ, ਨਿਤਿਸ਼ ਵੀ ਨਹੀਂ, ਮੈਂ ਕੱਲਾ, ਮੈਨੂੰ BP ਹੈਗਾ, ਤੇ ਤੂੰ ਚਲੀ ਜਾਏਂਗੀ ਤੇ ਮੈਨੂੰ ਕੌਣ ਦੇਖੇਗਾ ਇਸ ਤਰ੍ਹਾਂ? ਤੂੰ ਹੁਣ ਰਾਖੀ ਤੇ ਜਾਣਾ ਹੀ ਹੈ, ਫਿਰ ਗੁਰੂ ਜੀ ਨੂੰ ਮਿਲਣਾ ਹੀ। ਮੈਂ ਕਿਹਾ ਇਸ ਤਰ੍ਹਾਂ ਤਾਂ ਠੀਕ ਨਹੀਂ। ਕਹਿੰਦੇ ਮੈਨੂੰ ਬਿਨਾਂ ਪੁੱਛੇ ਇਹਨਾਂ ਨੇ ਨਾ ਕੋਰੀਅਰ ਕਰ ਦਿੱਤਾ ਗੁਰੂ ਜੀ ਨੂੰ, ਕਿਉਂਕਿ ਗੁਰੂ ਜੀ ਨੇ ਇਹਨਾਂ ਨੂੰ ਫੋਨ ਨੰਬਰ ਦਿੱਤਾ ਹੋਇਆ ਸੀ ਪਹਿਲੇ, ਜਦੋਂ ਅਸੀਂ ਸਾਕੇਤ ਰਹਿੰਦੇ ਸੀ। ਇਹ ਫੋਨ ਕਰਕੇ ਪੁੱਛ ਲਿਆ ਕਰੋ, ਮੈਂ ਗੱਦੀ ਤੇ ਬੈਠਾਂਗਾ ਤੇ ਤਾਂ ਤੁਸੀਂ ਆਇਆ ਕਰੋ, ਹਨੇਰੇ ਚ ਆਉਂਦੇ ਹੋ ਜਾਂਦੇ ਹੋ। ਸੁਧਾ ਆਂਟੀ ਨੂੰ ਫਿਰ ਉਹਨੂੰ ਅਸੀਂ ਪੁੱਛਦੇ ਸੀ, ਗੁਰੂ ਜੀ ਬੈਠਣਗੇ? ਹਾਂਜੀ। ਇਹਨਾਂ ਨੇ ਇੰਨੀ ਲਿਬਰਟੀ ਲਈ ਕਿ ਕੋਰੀਅਰ ਕਰ ਦਿੱਤਾ। ਇਹ ਨਾ ਸੋਚੋ ਤੇ ਮਹਾਂਪੁਰਸ਼ ਰੱਬ ਹੈਗੇ ਨੇ, ਮੇਰੇ ਕੋਲ ਬਿਨਾਂ ਪੁੱਛੇ। ਤੇ ਫਿਰ ਤੂੰ ਦੂਸਰੇ ਦਿਨ ਗਈ ਤੇ ਗੁਰੂ ਜੀ ਗੁੱਸਾ ਹੋ ਗਏ, ਉਹ ਇੱਧਰ ਘੁੰਮਣ ਉਧਰ ਘੁੰਮਣ, ਮਹਾਂਪੁਰਸ਼ਾਂ ਨੂੰ ਕੋਰੀਅਰ ਕਰਦੀ ਆ ਤੇਰੀ ਮਾਂ। ਬੜਾ ਗੁੱਸਾ ਹੋ ਗਿਆ। ਰਿਤੂ ਨੇ ਆ ਕੇ ਡਾਂਟਿਆ ਫੋਨ ਤੇ, ਮੰਮਾ ਇਹ ਕਿਆ ਕੀਤਾ ਤੁਸੀਂ? ਮੈਂ ਕਿਹਾ ਬੇਟਾ ਮੈਂ ਨਹੀਂ, ਮੈਨੂੰ ਤੇ ਡੈਡੀ ਨੇ ਦੱਸਿਆ ਵੀ ਨਹੀਂ। ਮੈਂ ਕਿਹਾ ਮੈਂ ਰੋਣ ਲੱਗ ਗਈ। ਫਿਰ ਇਹਨਾਂ ਨੇ, ਮੈਂ ਕਿਹਾ ਮੇਰੀ ਟਿਕਟ ਕਰਾਓ, ਨਹੀਂ ਤਾਂ ਮੈਂ ਗੱਡੀ ਗੁੱਡੀ ਚੜ ਜਾਣਾ ਜੇ। ਇਹਨਾਂ ਨੇ ਮੇਰੀ ਟਿਕਟ ਕਰਾਈ ਵਾਪਿਸ। ਰਿਤੂ ਨੂੰ ਫੋਨ ਕੀ, ਕੱਲ 10:20 ਤੇ ਤੇਰੀ ਮੰਮੀ ਦੀ ਫਲਾਈਟ ਹੈਗੀ ਹੈ, ਤੂੰ ਮੰਮੀ ਨੂੰ ਰਿਸੀਵ ਕਰ ਲਈ। ਮੈਂ ਪਹੁੰਚ ਗਈ ਜੀ ਦਿੱਲੀ। मैं रितु रिसीव करके घर ले गई। घर जाके कहती मम्मा मैं 4 बजे ऑफिस से 5 बजे आती हूँ, 4:30 आ जाऊंगी, तैयार रहना, शाम को गुरु जी के पास जाएंगे। अच्छा मैं तैयार हो गए बड़े शौक नाल, गुरु जी को जाना है, इन्नी खुशी नाल। संगत जी मैं बड़ी खुश होके जिसले शामी पहुंची ते गुरु जी तो मैनू देख के गुस्सा हो गए, कहते आ गई है कोरियर आंटी। मैं सारी संगत भी हसन लग गई। फिर सेवादार मेरे पास है, आंटी तुसी कोरियर भेजिया सी? गुरु जी इधर उस पासे परतदे सी, इधर उधर इधर उधर महापुरुषां नूं कोरियर भेज दिया। मैं बैठ गई, मैं मत्था टेकन लगी तो कुछ नहीं, ना हाथ कुट ना पैर, चुपचाप इंज हथ नाल कीता। मैं जाके दीवार कोल बैठी। वो दिन मैं सारा दिन शाम सारी रात शाम रोंदी रही। गुरु जी भी देखते रहे, मेरा कोई कसूर भी नहीं, मैं किया भी नहीं, मैं जाना चाहनी हाँ, अंकल ने जान नहीं दिता ते मैनू सजा मिलती पई है।
ਮੈਂ ਚਾਹ ਵੀ ਨਾ ਪੀਤੀ, ਚਾਹ ਪ੍ਰਸ਼ਾਦ ਵੀ ਨਾ ਪੀਤਾ। ਗੁਰੂ ਜੀ ਦੇਖ ਰਹੇ ਸੀ ਵੀ ਰੋਂਦੀ ਪਈ ਹੈ ਚੰਗੀ ਤਰ੍ਹਾਂ। बाद में फिर लंगर प्रसाद होया, रितु कहने लगी मम्मा खा लो। मैं नहीं बेटा बाद में खा लूंगी, कोई तो खा जाके। मैं वो भी मैं गुरु जी देखते रहे, तो ਇਹਨੂੰ ਫੀਲ ਹੋਇਆ ਵਿਚਾਰੀ ਨੂੰ, ਇਹਦੀ ਕੋਈ ਕਸੂਰ ਹੀ ਨਹੀਂ। ਮੈਂ ਹੌਲੀ ਹੌਲੀ ਗੁਰੂ ਜੀ ਕੋਲ ਗਈ। ਮੈਂ ਕਿਹਾ ਗੁਰੂ ਜੀ ਮੇਰਾ ਕਸੂਰ ਕੀ ਹੈ, ਮੈਂ ਤਾਂ ਆਣਾ ਹੀ ਚਾਹੁੰਦੀ ਸੀ ਨਾ। ਕੁਛ ਨਹੀਂ ਜਵਾਬ। ਚਲੋ ਉਸ ਦਿਨ ਸਾਨੂੰ ਭੇਜ ਦਿੱਤਾ। ਨੈਕਸਟ ਡੇ ਫਿਰ ਅਸੀਂ ਆਏ। ਉਸ ਦਿਨ ਫਿਰ ਗੁਰੂ ਜੀ ਮੇਰੇ ਨਾਲ ਠੀਕ ਤਰ੍ਹਾਂ ਬੋਲੇ, ਕਹਿੰਦੇ ਨੇ ਮਹਾਂਪੁਰਸ਼ਾਂ ਨੂੰ ਕੋਰੀਅਰ ਨਹੀਂ ਭੇਜੀ ਦੇ, ਕੋਰੀਅਰ ਆਂਟੀ ਆ ਗਈ ਫਿਰ ਕੇ ਸੰਗਤ ਹੱਸੇ। ਮੈਂ ਕਿਹਾ ਗੁਰੂ ਜੀ ਤੁਸੀਂ ਕੋਰੀਅਰ ਆਂਟੀ ਮੈਨੂੰ ਬੁਲਾਉਂਦੇ ਹੋ, ਪਹਿਲੇ ਕਦੀ ਬਗਾਈ ਦੀ ਭੈਣ ਬੁਲਾਉਂਦੇ ਰਹੋ। ਤਾਂ ਮੈਂ ਕਹਿੰਦੀ ਸੀ ਇਹਨਾਂ ਨੂੰ ਆਂਟੀ ਨਹੀਂ ਬੁਲਾਉਂਦੇ, ਤੇ ਤੁਸੀਂ ਫਿਰ ਸਾਕੇਤ ਆਂਟੀ ਨਾਮ ਰੱਖਿਆ। ਫਿਰ ਤੁਸੀਂ ਹੁਣ ਧਨੇਜਾ ਆਂਟੀ ਰੱਖ ਦਿੱਤਾ, ਹੁਣ ਤੁਸੀਂ ਕੋਰੀਅਰ ਆਂਟੀ। ਕਹਿੰਦੇ ਆ ਫੁੱਲ ਐਂਡ ਫਾਈਨਲ ਹੈਗਾ, ਫੁੱਲ ਐਂਡ ਫਾਈਨਲ ਨਾਮ ਹੈ ਤੇਰਾ, ਇੱਕ ਕੋਰੀਅਰ ਆਂਟੀ ਬੁਲਾਣਾ। ਮੈਂ ਕਿਹਾ ਗੁਰੂ ਜੀ ਸਾਰੀ ਸੰਗਤ ਹੱਸਦੀ ਹੈ, ਮੈਂ ਅੰਦਰ ਵੜਨੀ ਆ, ਕਾਨਾਫੂਸੀ ਕਰਦੀਆਂ ਨੇ, ਕੋਰੀਅਰ ਆਂਟੀ ਆ ਗਈ, ਕੋਰੀਅਰ ਆਂਟੀ ਆ ਗਈ। ਤੁਸੀਂ ਨਾ ਮੇਰਾ ਨਾਂ, ਕਹਿੰਦੇ ਨਹੀਂ ਮੈਨੂੰ ਬੜਾ ਪਿਆਰਾ ਲੱਗਦਾ ਹੈ। ਦੇਖ ਚੁਟਕੀ ਮਾਰ ਕੋਰੀਅਰ ਪਹੁੰਚ ਜਾਂਦਾ ਹੈ, ਚੁਟਕੀ ਮਾਰ ਕੋਰੀਅਰ ਪਹੁੰਚ ਜਾਂਦਾ ਹੈ। ਮੈਂ ਚੁਟਕੀ ਮਾਰਾਂਗੇ ਤੂੰ ਮੇਰੇ ਕੋਲ ਆ ਜਾਏਗੀ, है कि नहीं। बड़ा अच्छा नाम है, बहुत चंगा नाम। ठीक है बैठ जा, हाथ कुट, मेरे हाथ कुट। मैं घुटन लग गई, कंधे घुट, कंधे घुटन लग गई। फिर चंगी तरह बोल रहे सी, फिर बड़ा समझा रहे ਸੀਗੇ ਮੈਨੂੰ। ਮੈਂ ਕਿਹਾ ਗੁਰੂ ਜੀ ਮੇਰਾ ਕੋਈ ਕਸੂਰ ਨਹੀਂ, ਤੁਹਾਨੂੰ ਪਤਾ ਨਾ ਤੁਸੀਂ ਵੀ ਪੰਜਾਬੀ, ਅਸੀਂ ਵੀ ਪੰਜਾਬੀ। ਪੰਜਾਬੀਆਂ 'ਚ ਕੀ ਹੁੰਦਾ, ਜਿੰਨੇ ਤੱਕ ਹਸਬੈਂਡ ਬੋਲੇ ਨਾ ਤੇ ਜਾ ਨਹੀਂ ਸਕਦੀਆਂ ਪਹਿਲੇ ਜ਼ਮਾਨੇ ਦੀਆਂ ਜਿਹੜੀਆਂ ਨੇ। ਅੱਜ ਕੱਲ ਤੇ ਹੋ ਗਈਆਂ ਜੀਨਾ ਪਾਉਣ ਵਾਲੀਆਂ, ਮੰਨਦੀਆਂ ਨਹੀਂ। ਫਿਰ ਅਸੀਂ ਤੇ ਕਹਿਣੇ ਮੰਨਦੇ ਸੀ ਨਾ, ਜਿਵੇਂ ਹਸਬੈਂਡ ਕਹਿੰਦਾ ਉਂਝ ਹੀ ਕਰਨਾ ਪੈਂਦਾ ਨਾ। ਤੁਸੀਂ ਤੇ ਜਾਣਦੇ ਹੀ ਹੋ ਨਾ ਪੰਜਾਬੀ ਫੈਮਿਲੀ ਹੈਗੀ ਹੈ ਸਾਡੀ। ਆਹੋ ਤੇ ਫਿਰ ਵੀ ਮੈਂ ਕਿਹਾ ਨਹੀਂ ਗੁਰੂ ਜੀ ਮੇਰਾ ਧਿਆਨ ਦਾ ਮਨ ਸੀ। ਸੰਗਤ ਜੀ ਉਹ ਬੁਲਾ ਕੇ ਉਹਨਾਂ ਨੇ ਮੈਨੂੰ ਬਲੈਸ ਕੀਤਾ। ਫਿਰ ਮੈਨੂੰ ਬਾਅਦ ਮੈਂ ਕਰੀਬ 8-9 ਦਿਨ ਜਾਂਦੀ ਰਹੀ, ਰੋਜ਼ ਰਾਤੀ ਸ਼ਾਮੀ 6 ਵਜੇ ਜਾਣਾ, ਸਵੇਰੇ 5 ਵਜੇ ਛੋੜਦੇ ਸੀ ਸਾਨੂੰ। ਦੂਸਰੇ ਦਿਨ ਸਾਰੀ ਉੱਥੇ ਰਹਿਣਾ, ਅਸੀਂ ਬੈਠਣਾ, ਖਾਣਾ, ਕਿੰਨਾ ਦੁੱਧ ਮੇਵੇ ਵਾਲਾ ਸਭ ਕੁਛ ਪੀਂਦੇ ਰਹੇ, ਅਸੀਂ ਖਾਂਦੇ ਪੀਂਦੇ ਰਹੇ ਬੜੇ ਅੱਛੀ ਤਰ੍ਹਾਂ। ਫਿਰ ਗੁਰੂ ਜੀ ਮੈਨੂੰ ਰੱਖਿਆ। ਫਿਰ ਕਹਿੰਦੇ ਨੇ ਕਦੋਂ ਜਾਣਾ। ਮੈਂ ਕਿਹਾ ਗੁਰੂ ਜੀ ਹੁਣ ਨਹੀਂ ਜਾਣਾ, ਮੈਂ ਹੁਣ ਇੱਥੇ ਰਹਿਣਾ। ਮੈਂ ਇੱਥੇ ਜ਼ਮੀਨ ਤੇ ਸੋਵਾਂਗੀ, ਪਰ ਮੈਂ ਵਾਪਿਸ ਨਹੀਂ ਜਾਣਾ, ਮੈਂ ਅੰਕਲ ਕੋਲ ਨਹੀਂ ਜਾਣਾ ਹੁਣ। ਕਹਿੰਦੇ ਨਹੀਂ ਜਾਣਾ ਪਊ, ਮੈਂ ਦਿੱਲੀ ਛੱਡ ਦੇਣੀ, ਮੈਂ ਤੈਨੂੰ ਕਹਿ ਰਿਹਾ ਨਾ। ਮੈਂ ਕਿਹਾ ਨਹੀਂ ਗੁਰੂ ਜੀ, ਜਿੱਥੇ ਗੁਰੂ ਜੀ ਨਾ ਕਦੀ ਕਦੀ ਦੁਬਈ, ਕੈਨੇਡਾ, ਇੱਧਰ ਉੱਧਰ ਚਲੇ ਜਾਂਦੇ ਸੀ, ਜਲੰਧਰ, ਲੁਧਿਆਣੇ। ਮੈਂ ਕਿਹਾ ਉੱਥੇ ਪਤਾ ਨਹੀਂ ਕਿਤੇ ਜਾਣਗੇ, ਸ਼ਾਇਦ ਦਿੱਲੀ ਤੋਂ ਕਹਿ ਰਹੇ ਨੇ। ਮੈਂ ਕਿਹਾ ਗੁਰੂ ਜੀ ਜਿੱਥੇ ਤੁਸੀਂ ਜਾਓਗੇ ਮੈਂ ਉੱਥੇ ਜਾਵਾਂਗੀ। ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਅਪ੍ਰੈਲ ਦੀ ਗੱਲ ਹੈ ਨਾ, ਅਪ੍ਰੈਲ ਦੀ ਗੱਲ ਦੱਸ ਰਹੀ ਹਾਂ, ਉਸਦੇ 7 ਦੀ 2007 ਦੀ ਹੈ ਸ਼ਾਇਦ ਉਹਦੇ। ਤੇ ਮੈਂ ਕਿ ਨਹੀਂ ਗੁਰੂ ਜੀ ਮੈਂ ਤੁਹਾਡੇ ਨਾਲ, ਮੈਂ ਆਪਣਾ ਕਿਰਾਇਆ ਆਪ ਭਰ ਲਾਂਗੀ। ਬੜਾ ਕਹਿੰਦੇ ਨੇ ਬੜੀ ਅਮੀਰ ਹੈ ਤੂੰ, ਤਾਂ ਸਾਰਿਆਂ ਦੇ ਕਿਰਾਏ ਭਰ ਲਏਗੀ। ਫਿਰ ਮੈਂ ਕਿ ਨਹੀਂ ਗੁਰੂ ਜੀ ਮੇਰਾ ਮਤਲਬ ਉਹ ਨਹੀਂ ਹੈ, ਤੁਸੀਂ ਮੈਨੂੰ ਸਮਝਦੇ ਹੀ ਨਹੀਂ ਹੋ, ਮੈਂ ਕੀ ਕਰਾਂ, ਮੈਂ ਕਿਹੜੇ ਪਾਸੇ ਜਾਵਾਂ, ਮੈਨੂੰ ਤੁਸੀਂ ਇਹ ਦੱਸੋ। ਕਹਿੰਦੇ ਨਹੀਂ ਮੈਂ ਤੈਨੂੰ ਨਹੀਂ ਲੈ ਜਾ ਸਕਦਾ, ਜਿੱਥੇ ਮੈਂ ਜਾਣਾ ਨਾ ਉੱਥੇ ਤੂੰ ਨਹੀਂ ਜਾ ਸਕਦੀ, ਤੈਨੂੰ ਬੁਲਾਵਾਂਗਾ, ਉੱਥੇ ਵੀ ਬੁਲਾ ਲਵਾਂਗਾ, ਪਰ ਹਾਲੀ ਨਹੀਂ, ਹਾਲੀ ਤੂੰ ਨਹੀਂ, ਹਾਲੀ ਤੂੰ ਹੈਦਰਾਬਾਦ ਜਾ, ਅੰਕਲ ਕੱਲੇ ਨੇ। ਫਿਰ ਇੰਨੀ ਗੱਲ ਹੋਈ। ਮੈਂ ਕਿਹਾ ਗੁਰੂ ਜੀ ਕਦੋਂ ਜਾਵਾਂ। ਕਹਿੰਦੇ ਵੀਰਵਾਰ ਦੀ ਟਿਕਟ ਕਰਾ ਲੈ। ਫਿਰ ਮੈਂ ਰਿਤੂ ਆਂਟੀ ਬੈਠੀ ਸੀ, ਮੈਂ ਰਿਤੂ ਨੂੰ ਕਿਹਾ ਬੇਟਾ ਗੁਰੂ ਜੀ ਕਹਿ ਰਹੇ ਵੀਰਵਾਰ ਚਲੀ ਜਾ, ਮੇਰੀ ਟਿਕਟ ਕਰਾ ਦੇ, ਡੈਡੀ ਕੱਲੇ ਨੇ ਉੱਥੇ। ਕਹਿੰਦੇ ਅੱਛਾ ਮੈਂ ਕਰਾ ਦਾਂਗੀ। ਫਿਰ ਬੁੱਧਵਾਰ ਮੈਂ ਉਹਨਾਂ ਕੋਲ ਆਈ, ਮੈਂ ਕਿਹਾ ਗੁਰੂ ਜੀ ਕੱਲ ਜਾ ਰਹੀ ਹੈ, ਫਿਰ ਮੈਨੂੰ ਬੁਲਾ ਲਓਗੇ ਨਾ ਆਪਣੇ ਕੋਲੋਂ। ਗਰਦਨ ਹੀ ਲਾਈ ਗੁਰੂ ਜੀ ਨੇ। ਅਪ੍ਰੈਲ ਆਈ ਆ, ਪਤਾ ਨਹੀਂ ਕਿਹੜੀ ਤਰੀਕ ਸੀ ਮੈਨੂੰ ਯਾਦ ਵੀ ਨਹੀਂ, ਤੇ ਮਈ 31 ਨੂੰ ਮੈਨੂੰ ਕੀ ਪਤਾ ਸੀ ਗੁਰੂ ਜੀ ਨੇ ਸਮਾਧੀ ਲੈਣੀ ਹੈ। ਮੈਨੂੰ ਤੇ ਕਹਿੰਦੇ ਮੈਂ ਜਾ ਰਿਹਾ ਮੈਂ ਦਿੱਲੀ ਛੱਡ ਦੇਣੀ, ਦਿੱਲੀ ਛੱਡ ਦੇਣੀ ਹੈ। ਗੁਰੂ ਜੀ ਨੇ ਸਮਾਧੀ ਲੈ ਲਈ, ਮੈਨੂੰ ਬੁਲਾ ਕੇ ਬਲੈਸ ਕੀਤਾ। ਸੰਗਤ ਜੀ ਗੁਰੂ ਜੀ ਨੇ ਜਦੋਂ ਮੈਨੂੰ ਮੇਰਾ ਬ੍ਰੇਨ ਦਾ ਆਪਰੇਸ਼ਨ ਹੋਇਆ, ਮੈਨੂੰ ਪੈਰਾਲਿਟਿਕ ਅਟੈਕ ਹੋ ਗਿਆ ਸੀ। 6.5 ਇੰਚ ਦੀ ਮੇਰੀ ਬ੍ਰੇਨ ਦੀ ਟਿਊਮਰ ਨਿਕਲੀ ਸੀ। ਉਹ ਡਾਕਟਰ ਕਹਿੰਦੇ ਸੀ ਥਰਡ ਸਟੇਜ ਤੇ ਪਹੁੰਚ ਚੁੱਕਾ ਇਹਨਾਂ ਦਾ। ਤੇ ਦੇਖੋ ਇੰਨਾ ਮੈਨੂੰ ਬੁਲਾ ਕੇ ਗੁਰੂ ਜੀ ਬਲੈਸ ਕਰਕੇ ਗਏ, ਔਰ ਅੱਜ ਦਿਨ ਤੱਕ ਮੈਂ ਜਿੰਦੀ ਹਾਂ। ਦੇਖ ਲਓ ਕਦੋਂ ਬੁਲਾਇਆ, 2007 ਵਿੱਚ ਬੁਲਾਇਆ ਸੀ, ਅਪ੍ਰੈਲ ਦੀ ਗੱਲ, ਮਾਰਚ ਅਪ੍ਰੈਲ ਦੀ ਗੱਲ ਦੱਸ ਰਹੀ ਹਾਂ। ਤੇ ਅੱਜ ਤੱਕ ਮੈਂ ਬੈਠੀ ਹਾਂ, ਇੰਨਾ ਬਲੈਸ ਕਰਕੇ ਗਏ, ਇੰਨਾ ਆਪਰੇਸ਼ਨ ਆਰਾਮ ਨਾਲ ਹੋ ਗਿਆ, ਸਭ ਕੁਛ ਹੋ ਗਿਆ, ਤੇ ਠੀਕ ਠਾਕ ਹਾਲੀ ਤੇ ਚਲਦੀ ਫਿਰਦੀ ਬੈਠੀ ਹਾਂ। ਔਰ ਅੰਕਲ ਜੀ ਉਲਟਾ ਚਲੇ ਗਏ ਨੇ ਗੁਰੂ ਜੀ ਕੋਲ, ਤੇ ਮੈਂ ਹਾਲੀ ਤੱਕ ਬੈਠੀ ਹਾਂ। ਇੰਨਾ ਬਲੈਸ ਕੀਤਾ ਸੀ ਗੁਰੂ ਜੀ ਨੇ।
ਮੇਰਾ ਗਾਲ ਬਲੈਡਰ ਦਾ ਆਪਰੇਸ਼ਨ ਹੋਇਆ, ਮੇਰਾ ਥਾਇਰਾਇਡ ਦਾ ਹੋਇਆ। ਇਹ ਸਭ ਗੁਰੂ ਜੀ ਨੂੰ ਉਹਨਾਂ ਦਿਨਾਂ 'ਚ ਬਲੈਸ ਕੀਤਾ ਸੀ। ਇਹ ਬਾਅਦ ਵਿੱਚ ਹੀ ਹੁੰਦੇ ਗਏ ਆਪਰੇਸ਼ਨ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਬੁਲਾ ਬੁਲਾ ਕੇ ਗੁਰੂ ਜੀ ਮੈਨੂੰ ਬਲੈਸ ਕਰਦੇ ਰਹੇ ਸੀ। ਇੰਨਾ ਪਿਆਰ ਕਰਦੇ ਸੀ ਮੈਨੂੰ ਗੁਰੂ ਜੀ। ਮੇਰੇ ਮਾਂ ਪਿਤਾ ਮਾਤਾ ਭਰਾ ਭੈਣ ਸਭ ਕੁਝ ਹੋਈ ਸੀ ਗੁਰੂ ਜੀ। ਮੇਰੇ ਘਰ ਪਰਿਵਾਰ ਦਾ ਬੇਟਾ ਬੇਟੀ ਨਾਤੂ ਸਨ ਇਨ ਲਾ ਹਸਬੈਂਡ ਕੌਣ ਹੈ ਜਿਹੜਾ ਨਹੀਂ ਗੁਰੂ ਜੀ ਨੂੰ ਪੁੱਛਦਾ। ਉਹੀ ਗੁਰੂ ਜੀ ਸਾਡਾ ਸਹਾਰਾ ਨੇ। ਉਸ ਦਿਨ ਕੁਨਾਲ ਅੰਕਲ ਨੇ ਪੁੱਛਿਆ, ਆਂਟੀ ਜੀ ਤੁਸੀਂ ਇਕੱਲੇ ਰਹਿੰਦੇ ਹੋ? ਮੈਂ ਕਿਹਾ ਨਹੀਂ, ਉਹ ਆਈ ਹੋਈ ਹੈ, ਇੱਕ ਤਾਂ ਮੇਰੀ ਫਰੈਂਡ ਦੀ ਬੇਟੀ ਆਈ ਹੋਈ ਸੀ, ਚਲੀ ਗਈ ਹੈ। ਪਰ ਮੈਂ ਉਹਨਾਂ ਨੂੰ ਕਹਿਣ ਵਾਲੀ ਸੀ ਮੈਂ ਤਾਂ ਇਕੱਲੀ ਨਹੀਂ ਰਹਿੰਦੀ, ਮੈਂ ਤਾਂ ਗੁਰੂ ਜੀ ਦੇ ਨਾਲ ਹੀ ਰਹਿੰਦੀ ਹਾਂ। ਗੁਰੂ ਜੀ ਮੇਰੇ ਨਾਲ ਰਹਿੰਦੇ ਨੇ। ਬੱਚੇ ਆਉਂਦੇ ਨੇ ਮਿਲ ਜਾਂਦੇ ਨੇ। ਹੁਣ ਬੇਟੀ ਆਉਣ ਵਾਲੀ ਹੈ ਜੁਲਾਈ ਅਗਸਤ ਵਿੱਚ ਮੇਰੇ ਕੋਲੋਂ, ਫਿਰ ਬੇਟਾ ਆਉਂਦਾ ਰਹਿੰਦਾ ਹੈ, ਉਹ ਰਹਿ ਜਾਂਦਾ ਮਹੀਨਾ 20 ਦਿਨ। ਮੈਂ ਚਲੀ ਜਾਂਦੀ ਹਾਂ ਦੁਬਈ ਬੱਚੇ ਕੋਲੋਂ, ਬੇਟੇ ਕੋਲੋਂ। ਸਿਡਨੀ ਚਲੇ ਗਏ ਸੀ। ਇਸ ਤਰ੍ਹਾਂ ਹੁੰਦਾ। ਮੈਂ ਗੁਰੂ ਜੀ ਦੇ ਨਾਲ ਰਹਿੰਦੀ ਹਾਂ ਔਰ ਸਤਸੰਗ ਅਟੈਂਡ ਕਰਨੀ ਆ। ਅੱਜ ਵੀ ਸਤਸੰਗ ਅਟੈਂਡ ਕਰਕੇ ਆਈ ਹੋਈ ਹਾਂ। ਤੇ ਇਸ ਤਰ੍ਹਾਂ ਦਾ ਮੇਰਾ ਗੁਰੂ ਜੀ ਦਾ ਪਰਿਵਾਰ ਮੇਰਾ ਬਣ ਗਿਆ ਸੀ। ਮੇਰੇ ਤੇ ਵੱਡੇ ਹੀ ਹੋਈ ਸੀ ਗੁਰੂ ਜੀ, ਸਾਰਾ ਕੁਛ ਹੈਗਾ ਸੀ। ਮੈਂ ਸੰਗਤ ਜੀ ਨੂੰ ਇਹੀ ਕਹਿੰਦੀ ਹਾਂ, ਗੁਰੂ ਜੀ ਬਿਲਕੁਲ ਰੱਬ ਨੇ ਮੇਰੇ ਪਿਛਲੇ ਕੋਈ ਜਨਮਾਂ ਦੇ ਚੰਗੇ ਕਰਮ ਸੀ, ਜਿਹੜਾ ਮੈਂ ਰੱਬ ਨੂੰ ਮਿਲੀ ਆ, ਰੱਬ ਨੂੰ ਦੇਖਿਆ, ਰੱਬ ਨੂੰ ਛੂਇਆ। ਰੱਬ ਦੀ ਥੋੜੀ ਬਹੁਤ ਕਹਿ ਲਓ, ਮੈਂ ਨਹੀਂ ਕਹਿੰਦੀ ਮੈਂ ਉਹਨਾਂ ਦੀ ਸੇਵਾ ਕੀਤੀ ਹੈ, ਹੱਥ ਪੈਰ ਕੁੱਟੇ ਨੇ ਜਾਂ ਕੰਧੇ ਕੁੱਟੇ ਨੇ, ਪਰ ਥੋੜੀ ਬਹੁਤ ਤਾਂ ਮੈਂ ਰੱਬ ਨੇ ਮੇਰੇ ਕੋਲ ਸੇਵਾ ਕਰਾਈ ਹੈ। ਉਹਦਾ ਤਾਂ ਸ਼ਾਇਦ ਮੈਨੂੰ ਜਿਸ ਵੇਲੇ ਜਾਵਾਂਗੀ ਦੁਨੀਆ ਤੋਂ ਤੇ ਮੈਨੂੰ ਮਿਲੇਗਾ ਕੁਛ ਨਾ ਕੁਛ ਉਹਦਾ ਫਲ। ਸ਼ਾਇਦ ਲਾਲਚੀ ਤੇ ਹੈਗੀ ਆ, ਉਹ ਫਲ ਤੇ ਗੁਰੂ ਜੀ ਮੈਨੂੰ ਦੇਣਗੇ ਹੀ ਦੇਣਗੇ। ਔਰ ਜ਼ਰੂਰ ਮੈਨੂੰ ਅੱਛੀ ਤਰ੍ਹਾਂ ਮਤਲਬ ਲੈ ਜਾਣਗੇ ਗੁਰੂ ਜੀ ਵੀ, ਆਪਣੇ ਕੋਲ ਬੁਲਾਣਗੇ ਤਾਂ। ਸੰਗਤ ਜੀ ਗੁਰੂ ਜੀ ਤੇ ਮੈਨੂੰ ਇੰਨਾ ਭਰੋਸਾ ਹੈ ਕਿ ਮੈਂ ਰੋਟੀ ਜੇ ਖਾਵਾਂਗੀ ਤਾਂ ਪਹਿਲੇ ਗੁਰੂ ਜੀ ਨੂੰ ਮੂੰਹ ਚ ਗਰਾਈ ਪਾਣੀ ਆ, ਚਾਹ ਪੀਣੀ ਆ ਤਾਂ ਪਹਿਲੇ ਗੁਰੂ ਜੀ ਨੂੰ ਪਿਲਾਨੀ ਆ। ਇਸ ਤਰ੍ਹਾਂ ਮੈਨੂੰ ਭਰੋਸਾ ਹੋ ਗਿਆ ਗੁਰੂ ਜੀ ਤੇ। ਬਿਲਕੁਲ ਸਾਰੀ ਸੰਗਤ ਜੀ ਨੂੰ ਮੈਂ ਇਸ ਤਰ੍ਹਾਂ ਬਤਾਨੀ ਆ। ਮੇਰੇ ਬੱਚੇ ਦੀ ਕੋਈ ਤਕਲੀਫ ਹੋਈ, ਲੇਹ ਲਦਾਖ ਗਿਆ, ਉੱਥੇ ਮੂੰਹ ਚੋਂ ਨਾਕੀ ਚੋਂ ਖੂਨ ਆਣ ਲੱਗ गए ਸੀ ਤੇ फोन आया, मम्मा मेरी टिकट कैंसिल होती जा रही है, ऑक्सीजन की कमी है, मैं सांस नहीं ले पा रहा। मेरे हस्बैंड भी सी उस ਵੇਲੇ। मैं गुरु जी की तस्वीर कोल गई स्वरूप कोलों, मैं क्या गुरु जी जे मेरे बेटे ਨੂੰ कुछ हो गया, 3 ਵਾਰੀ ਉਹਦੀ ਟਿਕਟ ਕੈਂਸਲ ਹੋਈ ਹੈ, ਮੈਂ ਬਸ ਤੁਹਾਡੇ ਨਾਲ ਇਕੱਠੀ ਕਰ ਦੇਣੀ ਹੈ ਔਰ ਮੈਂ ਤੁਹਾਨੂੰ ਛੋੜ ਆਣਾ ਦਿੱਲੀ ਵਾਪਸ। ਫਿਰ ਜਾ ਕੇ ਮੈਂ ਬੜਾ ਲੜ ਪਈ, ਰੋ ਪਈ। नेक्स्ट डे 11 साढ़े 11 12 बजे को फोन आया मेरे बेटे का, मम्मा दिल्ली एयरपोर्ट से बोल रहा हूँ, मेरे को टिकट मिल गई थी, वापस आ गया हूँ। मैं बेहोश होके एयरपोर्ट पे गिर गया था वहाँ लेह लद्दाख की में। वो मेरे को टैक्सी वाले ने, होटल वाले ने पहुंचाया था। पता नहीं कौन सी प्रेयर मेरा काम कर गई। मैं क्या गुरु जी लड़ाई हो गई थी मेरे से, मेरी गुरु जी से। गुरु जी ने बचा के तेरे को। नेक्स्ट डे मैं क्या तू आ गया, देख 3 बारी तेरी टिकट कैंसिल हुई है ਤੇ ਚੌਥੀ ਵਾਰੀ ਤੈਨੂੰ ਦੇਖ ਲਿਆ ਮਿਲ ਗਈ ਆ ਟਿਕਟ, ਆ ਗਿਆ ਨਾ। ਇਹ ਹੈ ਮੇਰੇ ਗੁਰੂ ਜੀ, ਮੂੰਹ ਨਾਲ ਬੋਲੋ ਤੇ ਗੁਰੂ ਜੀ ਗੱਲ ਪੂਰੀ ਕਰ ਦਿੰਦੇ ਨੇ। ਬਹੁਤ ਅੱਛੇ। ਮੈਂ ਮੇਰਾ ਤਾਂ ਬਹੁਤ ਅੱਛਾ ਜਰਨੀ ਬੀਤੀ ਹੈ ਗੁਰੂ ਜੀ ਨਾਲ, ਮੇਰੇ ਬੱਚਿਆਂ ਦੀ, ਸਭ ਦੀ। ਮੇਰੇ ਹਸਬੈਂਡ ਦੇ ਲਿਫਟ ਐਕਸੀਡੈਂਟ 4:30 ਵਜੇ ਦਿੱਲੀ ਪਹੁੰਚੇ ਨੇ। ਸੈਨਿਕ ਫਾਰਮ ਮੇਰਾ ਭਰਾ ਰਹਿੰਦਾ ਸੀ ਜਿਹਨੇ ਗੁਰੂ ਜੀ ਨੂੰ ਮਿਲਾਇਆ ਸੀਗਾ, ਉਹਦੇ ਘਰ ਹੀ ਫਸਟ ਫਲੋਰ ਤੱਕ ਲਿਫਟ ਹੈਗੀ ਸੀ। ਉਹਦੀ ਵਾਈਫ ਦੇ ਘੁੱਟਨੇ ਘਟਨੇ ਦਰਦ ਰਹਿੰਦੇ ਨੇ ਤੇ ਉਹਨੇ ਲਿਫਟ ਲਾਈ। ਪਤਾ ਨਹੀਂ ਉਹ ਲਿਫਟ ਵਿੱਚ ਵੜਨ ਲੱਗੇ ਤੇ ਲਾਈਟ ਚਲੀ ਗਈ ਤੇ ਥੱਲੇ ਜਾ ਪਏ। ਲਾਈਟ ਚ ਜਿਸਲੇ ਆਈ ਤਾਂ ਉਹ ਲਿਫਟ ਚੱਲ ਪਈ ਤੇ ਵਿਚਾਰੇ ਥੱਲੇ ਗਿਰ ਗਏ। ਉਹ ਪੋਸਟਮਾਰਟਮ ਕੀਤਾ ਜੋ ਉੱਥੇ, ਉਹਦੀ ਥੋੜੀ ਹਾਈ ਪੋਜੀਸ਼ਨ ਸੀ ਤਾਂ ਉਹ ਸੁਪਰਡੈਂਟ ਪੁਲਿਸ ਵਗੈਰਾ ਆ ਗਏ ਸੀ। ਤੇ ਮੈਂ ਨਹੀਂ ਚਾਹੁੰਦੀ ਸੀ, ਮੈਂ ਕਿਹਾ ਮੇਰੀ ਅੱਖਾਂ ਦੇ ਸਾਹਮਣੇ ਮੈਂ ਨਹੀਂ ਪੋਸਟਮਾਰਟਮ ਕਰਾਵਾਂਗੀ। ਤੇ ਕਹਿੰਦੇ ਨੇ ਨਹੀਂ, ਉਹ ਤੁਹਾਨੂੰ ਬਾਅਦ ਵਿੱਚ ਮੁਸ਼ਕਿਲ ਹੋਏਗੀ, ਕੋਈ ਵੀ ਤੁਹਾਡੇ ਸਸੁਰਾਲ ਦਾ ਕੋਈ ਵੀ ਕੇਸ ਕਰ ਸਕਦਾ। ਭਰਾ ਦੇ ਘਰ ਗਏ ਨੇ, ਇਹ ਐਕਸੀਡੈਂਟ ਡੈਥ ਹੋਈ ਹੈ। ਉਹਦੇ ਚ ਆਇਆ ਕਿ ਹਾਰਟ ਅਟੈਕ। ਉਹਨਾਂ ਨੇ ਦੇਖੋ ਜੀ ਬ੍ਰੈਸਲੇਟ ਪਾਇਆ ਹੋਇਆ ਗੁਰੂ ਜੀ ਦਾ, ਜੇਬ ਵਿੱਚ ਪਰਸ ਛੋਟਾ ਜਿਹਾ ਸਰੂਪ ਹੈ ਗੁਰੂ ਜੀ ਦਾ, ਫੋਨ ਹੈ ਜੇਬ ਵਿੱਚ, ਚਲਦੇ ਫਿਰਦੇ, ਕੋਈ ਬਿਮਾਰੀ ਨਹੀਂ, ਕੁਛ ਨਹੀਂ, ਆਰਾਮ ਨਾਲ ਗੁਰੂ ਜੀ ਦੇ ਨਾਲ ਚੱਲ ਲੈ ਗਏ ਨੇ ਗੁਰੂ ਜੀ ਉਹਨਾਂ ਨੂੰ। ਉਹ ਸਾਰੇ ਮੇਰੀ ਰਿਸ਼ਤੇਦਾਰੀ ਕਹਿੰਦੀ ਸਾਡੀ ਮਾਲਿਕ ਕਰੇ, ਜਿਸ ਤਰ੍ਹਾਂ ਸਾਡੇ ਜੀ ਬਾਪਾ ਜੀ ਬੁਲਾਉਂਦੇ ਨੇ ਸਾਡੇ ਨਾਲ, ਜੀਜਾ ਜੀ ਨਹੀਂ ਬੁਲਾਉਂਦੇ ਸੀ। ਬਾਪਾ ਜੀ ਦੀ ਜਿਸ ਤਰ੍ਹਾਂ ਡੈਥ ਹੋਈ ਨੇ ਇਸ ਤਰ੍ਹਾਂ ਸਾਨੂੰ ਮਿਲਣੀ ਚਾਹੀਦੀ ਹੈ। ਮੈਂ ਕਿਹਾ ਉਹਨਾਂ ਦੇ ਨਾਲ ਤੇ ਗੁਰੂ ਸਨ, ਮੇਰੇ ਗੁਰੂ ਹੈਗੇ ਸੀ ਉਹਨਾਂ ਨਾਲ। ਨਾ ਕੋਈ ਬਿਮਾਰੀ, ਨਾ ਕੋਈ ਗਾਲ ਬਲੈਡਰ ਦੀ ਤਕਲੀਫ, ਨਾ ਕੁਝ, ਐਂਡ ਤੱਕ। ਇੱਕ ਵਾਰੀ ਗੁਰੂ ਜੀ ਨਾਲ ਅਸੀਂ ਗਏ ਗੱਡੀ 'ਚ ਤੇ ਮੇਰੇ ਹਸਬੈਂਡ ਚਲਾ ਰਹੇ ਸੀ ਗੱਡੀ, ਬੜੇ ਮੰਦਿਰ ਲੈ ਗਏ ਸੀ। ਉੱਥੇ ਜਾ ਕੇ ਪੱਥਰ ਚੁਣਨ ਲੱਗ ਜਾਂਦੇ ਸੀ ਛੋਟੇ ਛੋਟੇ। ਉਹਨਾਂ ਦੇ ਨਹੀਂ ਬਣਦਾ ਪਿਆ ਸੀ ਇਹ ਵੱਡਾ ਮੰਦਿਰ ਜਿੱਥੇ ਅੱਜ ਸਤਸੰਗ ਤੁਸੀਂ ਸੁਣ ਰਹੇ ਹੋ।
ਨਿੱਕੇ ਨਿੱਕੇ ਪੱਥਰ ਚੁਣਨ ਲੱਗ ਜਾਂਦੇ ਸੀ। ਤੇ ਐਵੇਂ ਦੂਰੋਂ ਗੱਡੀ ਆਈ ਨਾ, ਤੇ ਇਹਨਾਂ ਦੀ ਅੱਖਾਂ ਦੂਰ ਦੀਆਂ, ਐਨਕ ਸੀ ਦੂਰ ਦੀ, ਤੇ ਲਾਈਟ ਪਈ ਤੇ ਬੜਾ ਇਸ ਤਰ੍ਹਾਂ ਚਲਾ ਨਹੀਂ ਪਾ ਰਹੇ ਸੀ। ਗੁਰੂ ਜੀ ਕਿਹਾ ਕੀ ਹੋਈ? ਅੱਗੋਂ ਬੈਠੇ ਸੀ ਗੁਰੂ ਜੀ ਇਹਨਾਂ ਦੇ ਨਾਲ, ਮੈਂ ਪਿਛਲੀ ਸੀਟ ਤੇ, ਹੋਰ ਦੋ ਸਵਾਰੀਆਂ ਵੀ ਸੀ ਪਿਛਲੀ ਸੀਟ ਤੇ। ਇਹ ਕਹਿੰਦੇ ਗੁਰੂ ਜੀ ਪਤਾ ਨਹੀਂ ਐਨਕ ਹੈ ਨਾ ਦੂਰ ਦੀ, ਰੋਸ਼ਨੀ ਪਾਉਂਦੇ ਨੇ ਜਿਹੜੇ ਨੇ ਨਾ ਲਾਈਟਾਂ ਦੇ ਉੱਤੇ ਨਾ ਬਲੈਕ ਕਰਨਾ ਚਾਹੀਦਾ, ਤਾਂ ਉਹ ਇੰਨੀ ਰੋਸ਼ਨੀ ਹੁੰਦੀ ਨਾ ਅੱਖਾਂ ਤੇ ਪੈਂਦੀ ਨਾ ਐਨਕ ਚ, ਮੈਂ ਦੇਖ ਨਹੀਂ ਸਕਦਾ। ਦੂਰ ਦੀ ਐਨਕ ਹੈ ਨਾ ਮੇਰੀ, ਤੇ ਨਜ਼ਦੀਕ ਦੀ ਤਾਂ ਠੀਕ ਹੈ, ਚਲੋ ਮੈਂ ਪੜੇ ਨੇਲੇ ਲਾ ਲੈਣਾ, ਇਹ ਲੱਗ ਗਈ ਹੈ। ਅੱਛਾ, ਤੇ ਤਕਲੀਫ ਹੁੰਦੀ ਹੈ ਤੈਨੂੰ? ਹਾਂਜੀ ਤਕਲੀਫ ਹੁੰਦੀ ਹੈ ਗੁਰੂ ਜੀ। ਤੁਸੀਂ ਭਰੋਸਾ ਕਰੋ ਸੰਗਤ ਜੀ, ਇਹ ਸੱਚ ਹੈ। ਉਹਨਾਂ ਦੀ ਐਨਕ ਉਤਰ ਗਈ, ਉਹਨਾਂ ਦੀ ਦੂਰ ਦੀ ਐਨਕ ਨਜ਼ਰ ਠੀਕ ਹੋ ਗਈ। ਇੱਕ ਵਾਰੀ ਬੈਠੇ ਨੇ ਗੁਰੂ ਜੀ ਉਹਨਾਂ ਨਾਲ ਗੱਡੀ ਤੇ, ਕਹਿੰਦੇ ਉਹ ਐਂਡ ਤੱਕ ਅੰਕਲ ਕਹਿਣ ਕਿ ਮੈਂ ਐਨਕ ਪਾ ਕੇ ਚਲਾ ਹੀ ਨਹੀਂ ਸਕਦਾ ਦੂਰ ਦੀ, ਹੁਣ ਮੈਂ ਐਵੇਂ ਠੀਕ ਰਹਿੰਦਾ ਮੈਨੂੰ। ਐਂਡ ਤੱਕ, ਡੈਥ ਵਾਲੇ ਦਿਨ ਤੱਕ ਵੀ ਅਗਰ ਉਹਨਾਂ ਨੇ ਗੱਡੀ ਚਲਾਈ ਹੈ ਤਾਂ ਉਹ ਬਿਨਾਂ ਐਨਕ ਦੇ ਦੂਰ ਦੀ, ਉਹਨਾਂ ਦੀ ਨਜ਼ਰ ਠੀਕ ਹੋ ਗਈ ਸੀ। ਪਤਾ ਨਹੀਂ ਕਿਸ ਤਰ੍ਹਾਂ ਗੁਰੂ ਜੀ ਕੀ ਕਰਦੇ ਸੀ, ਭੂਕਾ ਮਾਰਦੇ ਸੀ, ਕੀ ਕਰਦੇ ਸੀ। ਅਚਾਨਕ ਹੀ ਐਨਕ ਵੀ ਉਤਰ ਗਈ ਹੈ, ਦੇਖਣ ਵੀ ਲੱਗ ਗਏ ਨੇ, ਸਾਫ਼ ਦਿਖਣ ਲੱਗ ਗਿਆ ਦੂਰ ਦਾ, ਨਾ ਕੋਈ ਲਾਈਟ ਪੈਂਦੀ ਆ ਕਿਤੇ, ਨਾ ਕੁਛ ਹੋਣਾ। ਕਿਸ ਤਰ੍ਹਾਂ ਹੁੰਦਾ ਸੀ, ਮੈਨੂੰ ਅੱਜ ਦਿਨ ਤੱਕ ਸਮਝ ਨਹੀਂ ਆਇਆ। कई बार मेरे बेटे का कोई तकलीफ आए ना, फोन आ जाता है, मम्मा मैं तो आश्रम में गया था सेवा करता, उत्थे दुबई च ना आश्रम जाता है, सैटरडे दे सैटरडे सेवा करता है उत्थे, ते कहंदा शाम को ना दूध गुरु जी को पिलाना मेरी ड्यूटी है। मैं ना वो 15 मिनट गुरु जी होते हैं और मैं दूध का गिलास लेके ना गुरु जी के सामने बैठ, कई बार रो पड़ता हूँ, मम्मा गुरु जी दूध पिलाता हूँ गुरु जी को, मेरी सेवा है। वो रात को सोने से पहले, बंद करने से पहले आश्रम, गुरु जी को दूध पिलाना होता है। ऐसा मतलब दूध होते मैंने एक और सत्संग याद आ गया। शोरी अंकल आंदे सी ना, उन्होंने वाइफ ਨੂੰ ਪਾਰਕਿੰਸਨ ਸੀ, ਤੇ ਗੁਰੂ ਜੀ ਨਾ ਆਪਣਾ ਉਹ ਚਾਹ ਦਾ ਗਲਾਸ ਸੀ, ਪਤਾ ਨਹੀਂ ਕੀ ਚੀਜ਼ ਸੀ, ਉਹ ਪੀ ਕੇ ਨਾ ਬਾਕੀ ਬਚੇ ਹੋਏ ਨਾ ਉਹਨਾਂ ਨੂੰ ਦੇ ਦਿੰਦੇ ਸੀ, ਸ਼ੋਰੀ ਅੰਕਲ ਦੀ ਵਾਈਫ ਨੂੰ। ਉਹ ਮਿਨਿਸਟਰ ਸਨ, ਅਸੀਂ ਆਮ ਲੋਕ। 3-4 दिन ਹੋਏ, 4-5 दिन ਹੋਏ। ਇੱਕ ਦਿਨ ਮੈਂ ਐਵੇਂ ਪੁੱਛਿਆ, ਮੇਨਕਾ ਬੈਠੇ ਸੀ, ਮੈਂ ਕਿ ਇਹ ਜਿਹੜਾ ਦਿੰਦੇ ਨੇ ਇਹ ਕੀ ਹੈ, ਗੁਰੂ ਜੀ ਆਪਣਾ ਕਿਉਂ ਦੇ ਦਿੰਦੇ ਨੇ? ਕਹਿੰਦੇ ਮਾਂ ਪ੍ਰਸ਼ਾਦ ਹੁੰਦਾ ਹੈ। ਮੇਰੇ ਤਾਂ ਦਿਮਾਗ ਪਟਕ ਗਿਆ ਉਹਨਾਂ ਦਿਨਾਂ ਦੇ ਸ਼ੁਰੂ ਜਦੋਂ ਜਾਣੇ। ਫਿਰ ਮੈਂ ਗੱਡੀ 'ਚ ਵਾਪਸ ਆਣੇ ਲਿਆ, ਗੱਡੀ 'ਚ ਸੰਗਤ ਜੀ ਸੁਣੋ, ਸਾਕੇਤ ਜਾ ਰਹੀ ਹਾਂ, ਰਸਤੇ 'ਚ ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਕੱਲ ਤੋਂ ਨਹੀਂ ਆਵਾਂਗੇ ਗੁਰੂ ਜੀ ਕੋਲ, ਗੁਰੂ ਜੀ ਪਾਰਸ਼ੀਅਲਿਟੀ ਕਰਦੇ ਨੇ, ਮਿਨਿਸਟਰ ਦੀ ਵੋਟੀ ਨੂੰ ਤਾਂ ਦੇਖੋ ਮਾਂ ਪ੍ਰਸ਼ਾਦ ਦਿੰਦੇ ਨੇ, ਮਾਂ ਪ੍ਰਸ਼ਾਦ ਹੈ, ਕਹਿੰਦੇ ਨੇ ਇਹਦੇ ਨਾਲ ਸਵਰਗਾਂ 'ਚ ਪਹੁੰਚ ਜਾਂਦਾ, ਸਾਨੂੰ ਨਹੀਂ ਦਿੰਦੇ, ਅਸੀਂ ਆਮ ਲੋਕ ਹੈਗੇ ਆ, ਛੋਟੇ ਲੋਕ ਹੈਗੇ ਆ, ਸਾਨੂੰ ਨਹੀਂ ਦਿੰਦੇ। 2 दिन ਮੈਂ ਕੋਈ ਨਾ ਗਈ ਜੀ, ਤੀਸਰੇ ਦਿਨ ਗਈ, ਕੱਲ ਨਹੀਂ ਆਈ। ਮੈਂ ਗੁਰੂ ਜੀ ਕੰਮ ਪੈ ਗਿਆ ਸੀ, ਚੁੱਪ ਕਰ, ਅੱਛਾ ਬਹਿ ਜਾ, ਕੋਈ ਨਾ ਕਿਹਾ, ਘੁੱਟਣ ਘੱਟਣ ਵਾਸਤੇ ਬੈਠ ਗਈ। ਕਰੀਬ ਉਹਨਾਂ ਨੇ ਸਾਰਾ ਹਫਤਾ ਪੀਤਾ ਸੀ, ਵੀ ਚਾਹ ਪੀਤੀ, ਜਿਹੜੀ ਚਾਹ ਪ੍ਰਸ਼ਾਦ ਪੀ ਕੇ, ਤੇ ਪਤਾ ਨਹੀਂ ਮੈਨੂੰ ਇੰਝ ਹੱਥ ਨਾਲ ਬੁਲਾਉਂਦੇ ਨੇ, ਗਿਲਾਸ ਦੇ ਦੇ ਰਸੋਈ 'ਚ, ਆ ਕੇ ਰਸੋਈ 'ਚ ਰੱਖਦੇ। ਮੈਂ ਲਿਆ ਗਿਲਾਸ ਗੁਰੂ ਜੀ ਦੇ ਹੱਥ 'ਚੋਂ, ਰਸੋਈ ਮੈਂ ਦੇਖਿਆ ਨਾ, ਮੇਰਾ ਨਜ਼ਰ ਪੈ ਗਈ ਉਹਦੇ 'ਚ, ਮੈਂ ਕਿਹਾ ਇਹਦੇ 'ਚ ਨਾ ਛੋੜ ਦਿੱਤਾ, ਅੱਜ ਮੈਨੂੰ ਪਕੜਾ ਦਿੱਤਾ। ਮੈਂ ਗੁਰੂ ਜੀ ਵੱਲ ਦੇਖਿਆ, ਗੁਰੂ ਜੀ ਮੂੰਹ ਨਾਲ ਨਹੀਂ ਬੋਲੇ, ਗਰਦਨ ਇੰਜ ਜਿਵੇਂ ਕਰਦੇ ਨੇ ਨਾ ਉੱਤੇ, ਤੁਸੀਂ ਦੇਖ ਨਹੀਂ ਪਾ ਰਹੇ, ਬਈ ਦਾ ਮਤਲਬ ਤੂੰ ਪੀ ਲੈ, ਤੇਰੇ ਵਾਸਤੇ ਹੈਗਾ। ਮੈਂ ਬੜੀ ਖੁਸ਼ ਹੋ ਗਈ, ਮੈਂ ਤੇ ਪੀ ਲਿਆ ਫਟ ਫਟ ਕਰਕੇ। ਅੰਦਰ ਗਈ ਤੇ ਸੇਵਾਦਾਰ ਕਹਿੰਦੇ ਨੇ ਅੱਜ ਤੇ ਤੁਹਾਨੂੰ ਮਾਂ ਪ੍ਰਸ਼ਾਦ ਮਿਲ ਗਿਆ, ਤੁਸੀਂ ਤੇ ਸਵਰਗਾਂ 'ਚ ਪਹੁੰਚ ਗਏ ਹੋ। ਇਸ ਤਰ੍ਹਾਂ ਦੇ ਇੰਸੀਡੈਂਸਿਸ ਹੈਗੇ ਨੇ। ਸੰਗਤ ਜੀ ਇੱਕ ਵਾਰੀ ਅਸੀਂ ਗੁੜਗਾਉਂ ਤੋਂ ਆ ਰਹੇ ਸੀ, ਤੇ 5 ਵਜੇ ਸੀ, 5:30, ਕਿਉਂਕਿ ਸਾਕੇਤ ਮੇਰੀ ਭੈਣ ਨੇ ਲੰਚ ਤੇ ਬੁਲਾਇਆ ਹੋਇਆ ਸੀ ਗੁੜਗਾਉਂ, ਸਾਕੇਤ ਜਾਣਾ ਸੀ, ਤੇ ਰਸਤੇ ਪੈ ਗਿਆ ਅੰਪਾਇਰ ਸਟੇਟ, 5:30 ਵਜੇ ਸੀ। ਮੈਂ ਇਹਨਾਂ ਨੂੰ ਕਿਹਾ, ਮੈਂ ਹਸਬੈਂਡ ਨੂੰ ਕਿਹਾ, ਮੈਂ ਕਿਹਾ ਮੈਂ ਤੇ ਨਹੀਂ ਅੱਗੇ ਜਾਂਦੀ, ਮੈਂ ਤੇ ਗੁਰੂ ਜੀ ਨੂੰ ਮਿਲੇ ਬਿਨਾਂ ਇਹ ਕ੍ਰਾਸ ਕਰਕੇ ਨਹੀਂ ਜਾਵਾਂਗੀ। ਕਹਿੰਦੇ ਨਹੀਂ ਨਹੀਂ ਕਮਲ, ਹਾਲੀ 5:30 ਪੌਣੇ 6 ਵਜੇ ਨੇ, ਹੁਣੇ ਨਾਲ ਥੋੜੀ ਗੁਰੂ ਜੀ ਐਵੇਂ ਐਵੇਂ ਜਾ ਕੇ ਪਾਗਲ ਹੋਈ ਹੈ। ਮੈਂ ਕਿਹਾ ਨਹੀਂ, ਮੈਂ ਤੁਸੀਂ ਮੈਨੂੰ ਛੋੜ ਦਿਓ, ਜਾਣਾ ਤੇ ਜਾਓ, ਮੈਂ ਨਹੀਂ ਜਾਣਾ, ਗੁਰੂ ਜੀ ਨੂੰ ਕ੍ਰਾਸ ਕਰਕੇ ਤਾਂ ਨਹੀਂ ਜਾਵਾਂਗੀ, ਮੈਂ ਤਾਂ ਗੁਰੂ ਜੀ ਨੂੰ ਮਿਲ ਕੇ ਹੀ ਜਾਵਾਂਗੀ। ਚੱਲਣਾ ਚੱਲੋ, ਨਹੀਂ ਚੱਲਣਾ ਤਾਂ ਮੈਨੇ ਉਤਾਰ ਦੋ, ਮੈਂ ਪੈਦਲ ਚਲੀ ਜਾਵਾਂਗੀ। ਅੱਛਾ ਠੀਕ ਹੈ, ਚੱਲ ਗਏ। ਤਾਂ ਮੈਂ, ਅਸੀਂ ਬਾਹਰ ਬਰਾਂਡਾ ਸੀ ਤੇ ਦਰਵਾਜ਼ਾ ਬੰਦ ਸੀਗਾ, ਮੈਨੂੰ ਨੀਂਦ ਆ ਗਈ, ਕਿਉਂ ਲੰਚ ਉਂਚ ਖਾਧਾ ਹੋਇਆ ਸੀ, ਖੀਰ ਸ਼ੀਰ ਖਾਧੀ ਹੋਈ ਸੀ। ਇਹ ਬੈਠੇ ਸੀਗੇ, ਕਰੀਬ 15-20 ਮਿੰਟ ਬਾਅਦ ਗੁਰੂ ਜੀ ਆਏ, ਨਿੱਕਰ ਸਨੀਕਰ ਟੀ-ਸ਼ਰਟ, ਤੇ ਇਹਨਾਂ ਮੈਂ ਨਹੀਂ ਲਾਇਆ, ਕਮਲ ਗੁਰੂ ਜੀ ਹੈ। ਮੈਂ ਵੀ ਆਪੜ ਬੰਦੀ ਉੱਠੀ, ਮੈਂ ਗੁਰੂ ਜੀ ਇੱਥੇ ਕਿਉਂ ਬੈਠੇ ਹੋ?
ਉਹ ਇਹ ਮੇਰੇ ਅੰਕਲ ਕਹਿਣ ਲੱਗੇ ਜੀ ਇਹ ਜਾ ਹੀ ਨਹੀਂ ਰਹੀ ਸੀ, ਕਹਿੰਦੀ ਮੈਂ ਗੁਰੂ ਜੀ ਨੂੰ ਕ੍ਰਾਸ ਕਰਕੇ ਨਹੀਂ ਜਾਂਦੀ, ਮੈਂ ਤਾਂ ਮਿਲ ਕੇ ਜਾਵਾਂਗੀ। ਗਏ ਸੀ ਗੁੜਗਾਵਾਂ, ਇਹਦੀ ਵੱਡੀ ਭੈਣ ਦੇ ਘਰ ਲੰਚ ਹੈਗਾ ਸੀ ਸਾਡਾ, ਤੇ ਉਹ ਉੱਥੋਂ ਕਹਿੰਦੇ ਇੱਥੋਂ ਲੰਘ ਕੇ ਹੁਣ ਵਾਪਿਸ ਜਾ ਰਹੇ ਸੀ। ਸਾਕੇਤ ਕਿਹਾ ਸ਼ਾਮ ਨੂੰ ਆਵਾਂਗਾ, ਤੇ ਕਹਿੰਦੀ ਇੱਕ ਵਾਰੀ ਘਰ ਵੜ ਗਏ ਨਾ ਤੁਸੀਂ, ਖਾਈ ਫਿਰਦੇ ਹੋ ਕੀਰਾ ਸ਼ੀਰਾ, ਤੁਸੀਂ ਸੋ ਜਾਓਗੇ, ਮੈਨੂੰ ਲਿਆਓਗੇ ਨਹੀਂ। ਨਹੀਂ ਜਾਂਦੀ ਮੈਂ, ਮੈਨੂੰ ਛੋੜ ਦਿਓ, ਤੁਸੀਂ ਜਾਣਾ ਤੇ ਜਾਓ। ਜਿੱਦ ਬੜੀ ਕਰਕੇ ਬੈਠੀ, ਮੈਂ ਲੈ ਆਇਆ। ਮੈਂ ਕਿਹਾ ਚੱਲ, ਕਹਿੰਦੀ ਬਾਹਰ ਬੈਠ ਜਾਵਾਂਗੇ। ਉੱਥੇ ਪਾਣੀ ਦਾ ਉਹ ਲੱਗਾ ਹੋਇਆ ਸੀ ਟੇਬਲ ਉਹਨਾਂ ਦਾ, ਉਹ ਨਲ ਜਿਹਾ, ਉਹਦੇ ਪਾਣੀ ਦਿੰਦੇ ਸੀ। ਬਲਾਇਤੀ ਰਾਮ ਜੀ ਦੀ ਡਿਊਟੀ ਹੁੰਦੀ ਸੀਗੀ ਪਾਣੀ ਤੇ, ਅਸੀਂ ਪਾਣੀ ਬੜਾ ਪੀਤਾ ਉਹਨਾਂ ਦੇ ਹੱਥ ਦਾ। ਉੱਥੇ ਫਿਰ ਗੁਰੂ ਜੀ ਆਏ ਤੇ ਕਹਿੰਦੇ ਇੱਥੇ ਕਿਉਂ, ਫਿਰ ਦੱਸਿਆ ਇਹਨਾਂ ਨੇ। ਫਿਰ ਕਹਿੰਦੇ ਦਰਵਾਜ਼ੇ 'ਚ ਖੜੇ ਹੋ ਗਏ, ਪਿਛਲੇ ਪਾਸੋਂ ਜਾ ਕੇ ਆ ਕੇ ਦਰਵਾਜ਼ਾ ਖੋਲ ਦਿੱਤਾ। ਦੋਨੋਂ ਪਾਸੇ ਬਾਹਾਂ ਉੱਚੇ ਕਰਕੇ ਲੰਘ ਆਓ। ਇੱਕ ਬਾਂਹ ਦੇ ਥੱਲੋਂ ਅੰਕਲ ਲੰਘ ਗਏ ਅੰਦਰ, ਇੱਕ ਬਾਂਹ ਦੇ ਥੱਲੋਂ ਮੈਂ ਲੰਘ ਗਈ। ਸਾਰੀ ਸੇਵਾਦਾਰ ਜਿਹੜੇ ਸੀ, ਉਹ ਇੱਕ ਬੀਬੀ ਰਹਿੰਦੀ ਸੀ ਉੱਥੇ ਓਲਡ ਜਿਹੀ, ਉਹਨੂੰ ਕਹਿੰਦੇ ਹੁੰਦੇ ਸੀ, ਮੈਂ ਸੋਚਿਆ ਤੂੰ ਮਰ ਗਈ ਹੈ, ਹਾਲੀ ਜਿੰਦੀ ਹੈ, ਹਾਲੀ ਤਾਂ ਹੀ ਜਿੰਦੀ ਹੈ। ਤੇ ਉਹ ਸਾਰੇ ਕਹਿਣ ਲੱਗੇ ਜੀ ਤੁਸੀਂ ਸਵਰਗ ਆਈ, ਤੁਸੀਂ ਤੇ ਗੁਰੂ ਜੀ ਨੇ ਤੁਹਾਨੂੰ ਆਪ ਹੀ ਸਵਰਗ 'ਚ ਲੈ ਗਏ ਨੇ। ਬਾਂਹ ਦੇ ਥੱਲੋਂ ਆਪਣੀਆਂ ਦੋਨੋਂ ਬਾਹਾਂ ਉੱਤੇ ਕਰਕੇ ਦਰਵਾਜ਼ੇ 'ਚ ਖੜੇ ਹੋ ਗਏ ਨੇ। ਕੀ ਦੱਸਾਂ ਮੈਂ ਤੁਹਾਨੂੰ, ਦੱਸੋ ਇਹ ਹੈਗੇ ਮੇਰੇ ਗੁਰੂ ਜੀ, ਦੱਸੋ ਇਸ ਤਰ੍ਹਾਂ ਧਿਆਨ ਰੱਖਦੇ ਸੀ, ਇਸ ਤਰ੍ਹਾਂ ਮਜ਼ਾਕ ਕਰਦੇ ਸੀਗੇ। ਬਹੁਤ ਪਿਆਰੇ ਗੁਰੂ ਜੀ ਹੈਗੇ ਸੀ, ਨਹੀਂ ਹਨ ਮੇਰੇ ਵਾਸਤੇ, ਸੰਗਤ ਵਾਸਤੇ ਵੀ। ਹੱਥ ਜੋੜ ਕੇ ਉਹਨਾਂ ਦਾ ਸਰੂਪ ਲੈ ਕੇ ਤੁਸੀਂ ਗੱਲਾਂ ਕਰੋ, ਅੱਖਾਂ ਦੇ ਅੱਖਾਂ ਪਾ ਕੇ ਦੇਖੋ, ਤੁਹਾਡੇ ਨਾਲ ਬੋਲਣਗੇ, ਗੱਲਾਂ ਕਰਨਗੇ। ਮੇਰੇ ਨਾਲ ਕਰਦੇ ਨੇ ਗੱਲਾਂ, ਬਾਤਾਂ ਕਰਨੀਆਂ ਮੈਂ ਗੁਰੂ ਜੀ ਨਾਲ। ਤੁਸੀਂ ਸੋਚੋਗੇ ਪਾਗਲ ਹੋ ਗਈ, ਨਹੀਂ ਸੱਚੀ ਕਹਿ ਰਹੀ ਹਾਂ। ਅੱਜ ਮੈਂ ਸਤਸੰਗ ਤੇ ਗਈ ਹਾਂ, ਜਿਹੜੀ ਇੱਜ਼ਤ ਮੈਨੂੰ ਸਤਸੰਗ ਤੇ ਮਿਲਦੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਕਿਉਂਕਿ ਮੈਂ ਗੁਰੂ ਜੀ ਨੂੰ ਮਿਲੀ ਹੋਈ ਆ। ਇੰਨਾ ਜੱਫੀਆਂ ਪਾਉਂਦੀਆਂ ਨੇ ਸਤਸੰਗਾਂ ਸੰਗਨੀਆਂ, ਇੰਨਾ ਪਿਆਰ ਨਾਲ ਬੋਲਦੀਆਂ ਨੇ, ਉਹ ਸਭ ਗੁਰੂ ਜੀ ਦੀ ਕਿਰਪਾ, ਇਹ ਸਭ ਗੁਰੂ ਜੀ ਦੇ ਗਏ ਨੇ ਮੈਨੂੰ। ਰਿਸਪੈਕਟ ਨੇ, ਮੈਂ ਕੀ ਚੀਜ਼ ਸੀ, ਕੁਛ ਨਹੀਂ ਸੀ, ਕੱਖ ਵੀ ਨਹੀਂ ਸੀ ਮੈਂ। ਇੱਕ ਵਾਰੀ ਮੇਰੀ ਬੇਟੀ ਰਿਤੂ ਆਂਟੀ ਨੂੰ ਇੰਨਾ ਪਿਆਰ ਕਰਦੇ ਸੀ, ਤੇ ਉਹ ਕਹਿੰਦੀ IBM ਵਿੱਚ ਹੈਗੀ ਸੀ, ਕਹਿੰਦੀ ਆਪਣੇ ਦੋਸਤ ਨੂੰ, ਕਹਿੰਦੀ ਫਰੈਂਡ ਨੂੰ, ਕੋਲੀਗ ਨੂੰ, ਪਤਾ ਨਹੀਂ ਗੁਰੂ ਜੀ ਰਾਤੀ ਕਿੱਥੇ ਚਲੇ ਜਾਂਦੇ ਨੇ। ਉਹ ਸਰਦਾਰ ਸੀ, ਉਹਨੂੰ ਕਹਿੰਦੀ ਹੈ ਤੁਸੀਂ ਨਾ ਰਾਤੀ ਉਹਨਾਂ ਦਾ ਨਾ ਪਿੱਛਾ ਕਰਨਾ ਆਪਣੀ ਕਾਰ ਵਿੱਚ, ਦੇਖਣਾ ਗੁਰੂ ਜੀ ਕਿੱਥੇ ਜਾਂਦੇ ਨੇ, ਪੁੱਛੋ ਤੇ ਜਵਾਬ ਨਹੀਂ ਦਿੰਦੇ। ਉਹ ਫਿਰ ਨਾ ਰਾਤੀ ਇਹ ਗਿਆ, ਉਹਨਾਂ ਦਾ ਪਿੱਛਾ ਕਰਦਾ ਰਿਹਾ। गुरु जी रस्ते चो तो फोन आया कि रितु मैडम वो तो मेरा तो पेट्रोल खत्म हो रहा है, मैं तो आगे नहीं जा सकता, और बाटी माइन की तरफ कहीं जा रहे हैं गुरु जी। तो इन्हें क्या तू वापिस आ जा, फिर तेरा पेट्रोल, पैसे नहीं है, पेट्रोल नहीं होगा तो रास्ते में रुक पड़ा रहेगा, फिर सुबह ऑफिस में सिर खाएगा, तू वापिस आ जा। वो वापिस आ गया। दूसरे दिन रितु गई ना, सुनन वाली गल जाके बैठी, गुरु जी आए तो रितु ਨੂੰ ਕਹਿੰਦੇ ਨੇ ਆਂਟੀ ਕਿਸੇ ਦਾ ਪਿੱਛਾ ਕਰੋ ਤਾਂ ਗੱਡੀ ਪੈਟਰੋਲ ਨਾਲ ਫੁੱਲ ਕਰਾ ਕੇ ਭੇਜਿਆ ਕਰੋ, ਵਿੱਚੋਂ ਜਿਹੜਾ ਨਾ ਪੈਟਰੋਲ ਖਤਮ ਹੋ ਗਿਆ ਤਾਂ ਅਟਕ ਜਾਓਗੇ, ਫੁੱਲ ਕਰਕੇ ਗੱਡੀ ਨੂੰ ਲੈ ਭੇਜਿਆ ਕਰੋ ਕਿਸੇ ਦੇ ਪਿੱਛੇ ਕਰਨੇ ਹੋਣ ਤਾਂ। ਬੜੀ ਸ਼ਰਮ ਆਈ। ਰਿਤੂ ਕਹਿੰਦੀ ਮੈਂ ਨਾ ਪੂਰੇ ਸਤਸੰਗ ਵਿੱਚ ਮੰਮੀ ਅੱਖ ਨਹੀਂ ਮਿਲਾ ਸਕੀ ਗੁਰੂ ਦੇ ਨਾਲ। ਗੁਰੂ ਜੀ ਨੂੰ ਸਭ ਪਤਾ ਹੁੰਦਾ, ਸਭ ਸੁਣ ਲੈਂਦੇ ਨੇ ਗੁਰੂ ਜੀ। ਇਹ ਅਸੀਂ ਤੇ ਮਨੁੱਖਾ ਜਨਮ ਹੈ ਨਾ, ਅਸੀਂ ਤੇ ਉਹੀ ਵਹਿਮੀ ਤੇ ਮਨੁੱਖਾ ਜਨਮ ਹੋਇਆ ਨਾ। ਪਰ ਮੈਂ ਪਹਿਚਾਨ ਗਈ ਸੀ ਗੁਰੂ ਜੀ ਨੇ ਮੇਰੇ ਸ਼ਿਵ ਹੈਗੇ ਨੇ, ਉਹ ਸ਼ਿਵ ਜੀ। ਮੇਰੀ ਬੇਟੀ ਨੂੰ ਕਹਿੰਦੇ ਸੀ ਵਰਤ ਰੱਖਣੀ, ਉਹਨੇ ਕਿਹਾ ਸ਼ੁੱਕਰਵਾਰ ਦਾ ਰੱਖਣੀ ਹੈ ਗੁਰੂ ਜੀ। ਅੱਛਾ ਛੱਡ ਦੇ। ਕਿ ਗੁਰੂ ਜੀ ਉਹਦਾ ਖੱਟਾ ਵੀ ਨਹੀਂ ਖਾਈਦਾ, ਬੜਾ ਬਹੁਤ ਕਹਿੰਦੇ ਨੇ ਬਹੁਤ ਅੱਛਾ ਹਾਰਡ ਵਰਤ ਹੈ। ਮੈਂ ਕਿਹਾ ਨਾ ਛੱਡ ਦੇ, ਸੋਮਵਾਰ ਦਾ ਰੱਖਿਆ ਕਰ। ਉਹ ਦਿਨ ਅੱਜ ਦਿਨ ਮੇਰੀ ਪਹਿਲੇ ਸ਼ੁਰੂ ਚ ਦੋਨੋਂ ਰੱਖਣ ਲੱਗ ਗਏ ਕਿ ਗੁਰੂ ਜੀ ਨੇ ਕਿਹਾ ਸੋਮਵਾਰ ਦਾ, ਤੇ ਨਾਲ ਉਹ ਦਿਨ ਅੱਜ ਦਿਨ ਉਹਨੂੰ ਸ਼ੁੱਕਰਵਾਰ ਛੱਡ ਦਿੱਤਾ, ਸੋਮਵਾਰ ਦਾ ਵਰਤ ਰੱਖਦੀ ਹੈ। ਕਿੰਨੇ ਸਾਲ ਹੋ ਗਏ ਨੇ ਉਹਨੂੰ। ਮੈਨੂੰ ਕਹਿੰਦੇ ਸੀ ਸ਼ਿਵ ਪੁਰਾਣ ਪੜਿਆ ਕਰ, ਮੈਂ ਕਿੰਨੀ ਵਾਰੀ ਪੜ੍ਹ ਲਿਆ, ਹਾਲੀ ਫੇਰ ਹੁਣ ਸ਼ੁਰੂ ਕੀਤਾ ਹੋਇਆ ਪੜ੍ਹਨ ਵਾਸਤੇ। ਸ਼ਿਵ ਪੁਰਾਣ ਪੜਿਆ ਕਰ। कितना मैं बतावा तुहानू संगत जी, बड़े मंदिर आई जिसले मेरे हसबैंड की डेथ हुई सी, उस तो बाद मत्था टेकन गई गुरु जी कोलों, गुरु जी उन्होंने अपने चरणा च जगह देना। बेटे नू लैके बेटी नू लैके गई मैं उत्थे, सेवादार ने मैनू बड़े उत्थे स्वरूप लगाया गद्दी दे इधर लैफ्ट साइड ते उस सी।
2023 25 ਅਗਸਤ ਦੀ ਗੱਲ, ਮਤਲਬ 26 27 28 ਦੀ ਹੈ, 25 ਨੂੰ ਤਾਂ ਡੈਥ ਹੋਈ ਸੀ। ਉੱਥੇ ਮੈਨੂੰ ਖੜਾ ਕਰ ਦਿੱਤਾ, ਬਿਠਾ ਦਿੱਤਾ। ਉੱਥੇ ਬਿਠਾ ਕੇ ਥੋੜੀ ਦੇਰ ਮੈਂ ਗੁਰੂ ਜੀ ਦੀ ਗੱਦੀ ਨੂੰ ਦੇਖਦੀ ਰਹੀ, ਬੋਲਦੀ ਰਹੀ ਆਪਣੇ ਮਨ ਹੀ ਮਨ ਵਿੱਚ ਕੁਝ, ਬਈ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖਣਾ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣਾ ਜਿੱਥੇ ਚਲੇ ਗਏ ਨੇ ਹੁਣ, ਔਰ ਮੈਨੂੰ ਸਹਾਰਾ ਦਿੰਦੇ ਰਹਿਣਾ, ਬੱਚਿਆਂ ਨੂੰ ਅੱਛੀ ਮੱਤ ਦੇਣਾ। ਮੈਂ ਬੜੇ ਅੱਛੇ ਨੇ ਵਿਚਾਰੇ ਬੱਚੇ, ਪੁੱਛਦੇ ਨੇ, ਹੈਲਪ ਤੇ ਪਹੁੰਚਦੇ ਨੇ, ਬੁਲਾਉਂਦੇ ਨੇ। ਦੁਬਈ ਮੈਂ ਜਾਂਦੀ ਹਾਂ, ਹਰ ਸਾਲ ਚਲੀ ਜਾਂਦੀ ਸੀ 2-2 3-3 ਮਹੀਨੇ। ਐਤਕੀ ਬਿਟੀਆ ਕਹਿਣ ਲੱਗੀ ਮੰਮਾ ਮੈਂ ਆਵਾਂਗੀ, ਤੇ ਮੈਂ ਕਿਹਾ ਚੱਲ ਫਿਰ ਹਾਲ ਹੀ ਨਹੀਂ ਜਾਂਦੀ, ਹਾਲੀ ਬਾਅਦ ਹੀ ਜਾਵਾਂਗੀ, ਹਾਲੀ ਇੱਥੇ ਰਹਿੰਦੀ ਹਾਂ। ਅਗਸਤ ਹੀ ਸ਼ਾਇਦ ਆਏ ਬਿਟੀਆ ਮੇਰੀ, ਜਾਂ ਕੁਛ ਜੁਲਾਈ ਜਾਂ ਅਗਸਤ ਚ। ਉਹਦੀ ਉਮੀਦ ਤੇ ਬੈਠ ਗਈ ਹਾਂ ਮੈਂ, ਕਿ ਜੇ ਨਾ ਆਈ ਤਾਂ ਫਿਰ ਚਲੀ ਜਾਵਾਂਗੀ, ਦੇਖਾਂਗੀ। ਘਰ ਦੀ ਗੱਲ ਹੈ। ਉਹਨੂੰ ਬਲਕਿ ਬੇਟੇ ਨੂੰ ਮੈਂ ਕਿਹਾ दीदी आएगी ना तू भी आ जाना, बड़े मंदिर चलेंगे दिल्ली में, बड़े मंदिर चलेंगे। शुक्राना है मेरा कुणाल अंकल जी का भी, जिन्होंने मैनू फड़ लिया कि सत्संग में अपना सुनावा, गुरु जी नाल जर्नी जड़ी थोड़ी जी हुई है। बहुत बहुत शुक्राना है संगत जी, गुरु जी का तुहाडा, जो गुरु जी बुलवाई गए ने। मैं पागलों की तरह बोली गई हाँ, फिर किसी ने मौका मिले, बहुत सत्संग है, छोटे छोटे किन्नी जर्नी है मेरी गुरु जी की, 25-26-27 साल की जर्नी है मेरी तो गुरु जी नाल। बहुत बड़ी जर्नी है मेरी। संगत जी, जय गुरु जी, सदा सुखी रहे सारी संगत भी, दुनिया च भी। अच्छा मैं उन्हां वास्ते भी प्रार्थना करो करनी है गुरु जी अगे, जेड़े एयर क्रैश मर गए ने, एयरप्लेन जेड़े एयर इंडिया दे जेड़ा भी सी, बेचारे एवं चले गए ने। कोई डॉक्टर सी उनके होस्टल ते गिरिया ते वो बेचारे चले गए ने, उन्हां दी आत्मा नूं भी गुरु जी शांति देन सारियां नूं बेचारे। जय गुरु जी, जय जय गुरु जी।